अस्सलामुअलैकुम। प्रोग्राम तफ्तीशी के साथ मैं हूं सलमान कुरैशी। नाजरीन, शरकपुर के इलाका पुरानी पैनी में हुई खौफनाक कत्ल की वारदात। मुलाजिम ने ही मालिक को कईयों के पेदर पे वार करके मौत के घाट उतार दिया। असल में वजह है क्या, कत्ल क्यों किया गया, ये बताएंगे आज के प्रोग्राम तफ्तीशी में। नाजरीन, हम थाना शरकपुर में मौजूद हैं जहां पर हमारे साथ वो मुलजिम इफ्तिखार और लब्बा भी मौजूद है जिसने अपने ही मालिक को कईयों के वार करके मौत के घाट उतार दिया। उसने ये सब कुछ क्यों किया, किस तरह से किया, ये उसी की जुबानी आपको सुनाते हैं। हाँ भी, कितने रहना है इफ्तिखार? हाँ जी, पुरानी पैनी। पुरानी पैनी। पुरानी पैनी। हाँ जी। कितनी उम्र है तेरी? मेरी जी 23 साल उम्र। 23 साल। हाँ जी। कदों तो मुलाजमत कर रहे सी? जी इन्ना तो 1 साल तो कर रहे हैं। 1 साल तो शादीशुदा है? नहीं जी। किन्ने भैन भरा हो? ਅਸੀਂ ਜੀ 7 ਭੈਣ ਭਰਾ। 7 ਭੈਣ ਭਰਾ ਹੋ ਤੇ ਨਾਲ ਹੀ ਰਹਿੰਦਾ ਸੀ? ਇਹਨਾਂ ਦੇ ਰਿਹਾਇਸ਼ ਕੋਲ ਹੀ ਸੀ? ਹਾਂ ਜੀ, ਰਾਇਸ਼ ਮਾਲ ਡੰਗਰ ਵਾਲੀ ਕੋਲ ਸੀ। ਠੀਕ ਹੈ, ਜਿਹੜੇ ਘਰ ਦੀ ਸੀ ਨਾ ਰਾਇਸ਼, ਉਹ ਜੀ ਮਿਸਾਲ ਨਹੀਂ ਸੀ ਕੋਲੇ, ਕਿ ਉਹ ਅੱਗੇ ਸੀ, ਅਸੀਂ ਉੜਾ ਸਾਂ। ਠੀਕ ਹੈ। ਕਿੰਨੇ ਦਿਨ ਰੱਖਿਆ ਸੀ? ਜੀ ਮੈਨੂੰ ਇਹਦੇ ਬਾਈ ਸ਼ੇਰ ਹਸਨ ਨੇ ਰੱਖਿਆ ਸੀ। ਉਹ ਜਿਹੜਾ ਪੁਲਿਸ ਚ ਹੈ? ਹਾਂ ਜੀ, ਉਹ ਜਿਹੜਾ ਪੁਲਿਸ ਚ ਹੈ। ਅੱਛਾ, ਉਹਨੇ ਰੱਖਿਆ ਸੀ। हाँ जी। ਕਦੋਂ? ਸਾਲ ਪਹਿਲੇ? ਹਾਂ ਜੀ, 1 ਸਾਲ ਪਹਿਲਾਂ। ਠੀਕ ਹੈ। ਤੇ ਫਿਰ ਕਿਹਦਾ ਵਕਤ ਗੁਜ਼ਰ ਰਿਹਾ ਸੀ ਇਹਨਾਂ ਦੇ ਨਾਲ? ਵਕਤ ਬਹੁਤ ਅੱਛਾ ਗੁਜ਼ਰ ਰਿਹਾ ਹੈ। ਠੀਕ है, ਇਹਨਾਂ ਦੇ ਜਿਹੜਾ ਆਪਣਾ ਵਾਲਿਦ ਅਸ਼ਰਫ ਸਾਹਿਬ ਔਰ ਸ਼ੇਰ ਸਾਹਿਬ ਨੇ ਇਹ ਘਰ ਸਾਰੇ ਬਹੁਤ ਅੱਛੇ ਸਨ। ਅੱਛੇ ਗਏ ਸੀ? ਹਾਂਜੀ। ਠੀਕ ਹੈ। ਤੇ ਨਾ ਮਤਲਬ ਪਿਆਰ ਮੁਹੱਬਤ ਵੀ ਕਰਦੇ ਸੀ? ਹਾਂਜੀ, ਕੋਈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਕਿ ਜਿਹੜੀ ਚੀਜ਼ ਇਹਨਾਂ ਨੂੰ ਆਖਿਆ ਨਾ ਉਹ ਚੀਜ਼ ਇਹਨਾਂ ਮਿਸਾਲ ਵੀ ਮੈਨੂੰ ਦਿੱਤੀ ਹੈ। ਠੀਕ ਹੈ, ਕਿਸੇ ਸ਼ਾਇਦ ਵੀ ਜ਼ਰੂਰਤ ਪਈ ਹੈ ਇਹਨਾਂ ਨੇ ਇਨਕਾਰੀ ਨਹੀਂ ਕੀਤੀ। ਇਹਨਾਂ ਵਾਲਦ ਸਾਹਿਬ ਨੇ ਜਾਂ ਸ਼ੇਰ ਹਸਨ ਨੇ ਜਾਂ ਇਹਨਾਂ ਦੇ ਵਾਲਦਾ ਸਾਹਿਬ ਨੇ, ਆਪਣਾ ਸ਼ੇਰ ਹਸਨ ਦੀ ਵਾਲਦਾ ਸਾਹਿਬ ਨੇ ਕਿਸੇ ਕੋਈ ਚੀਜ਼ ਦੀ ਸਾਨੂੰ ਕੋਈ ਇਨਕਾਰੀ ਨਹੀਂ ਕੀਤੀ। ਠੀਕ ਹੈ, ਹਮੇਸ਼ਾ ਪਿਆਰ ਕੀਤਾ, ਬੱਚਿਆਂ ਦੀ ਤਰ੍ਹਾਂ? ਹਾਂਜੀ, ਬੱਚਿਆਂ ਦੀ ਤਰ੍ਹਾਂ ਰੱਖਿਆ। ਬੱਚਿਆਂ ਦੀ ਤਰ੍ਹਾਂ? ਹਾਂਜੀ, ਇਸ ਤਰ੍ਹਾਂ। ਵੱਡਾ ਜ਼ੁਲਮ ਕਰਤਾ ਇਹਨਾਂ ਦਾ ਬੱਚਾ ਹੀ ਮਾਰਤਾ ਸਰ। ਉਹ ਗੱਲ ਹੈ ਨਾ, ਜਿਹੜਾ ਹੈਗਾ ਸੀ ਨਾ ਅਲੀ ਰਜ਼ਾ, ਠੀਕ ਹੈ, ਇਹਨਾਂ ਦੇ ਨਾਲ ਜਦੋਂ ਮੈਂ ਨਹੀਂ ਵੀ ਸੀ ਨਾ ਹੈਗਾ, ਮੈਂ ਆਪਣੀ ਵੇਲਿੰਗ ਨਾਲ ਹੀ ਹੈ। ਠੀਕ ਹੈ ਜੀ, ਮੈਂ ਆਪਣੀ ਵੇਲੀ 'ਚ ਸੁੱਤਾ ਹੋਇਆ ਹਾਂ। ਠੀਕ ਹੈ, ਇਹ ਪਹਿਲਾਂ ਦੀ ਗੱਲ ਹੈ। ਠੀਕ ਹੈ, ਇਹ ਮੇਰੇ ਨਾਲ ਆਣ ਕੇ ਲੰਮੇ ਪਿਆ ਮੱਛਰਦਾਨੀ ਦੇ ਵਿੱਚ। ਠੀਕ ਹੈ, ਇਹਨੇ ਆਣ ਕੇ ਨਾ ਮੈਨੂੰ ਬਦਫਿਲੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਇਹਨੇ ਮੈਨੂੰ ਮੱਛਰਦਾਨੀ 'ਚ, ਮੈਂ ਬਾਹਰ ਵੀ ਨਹੀਂ ਨਿਕਲਣ ਦਾ। ਮੱਛਰਦਾਨੀ ਦੀ ਜ਼ਿਪ ਵਾਲੀ ਸਾਈਡ 'ਤੇ ਇਹ ਅਲੀ ਰਜ਼ਾ ਸਨ, ਮੈਂ ਦੂਸਰੀ ਸਾਈਡ 'ਤੇ। ਮੈਂ ਮੱਛਰਦਾਨੀ ਪਾੜ ਕੇ ਜੀ ਮੈਂ ਆਪਣੇ ਘਰ ਚਲਾ ਗਿਆ। ਮੈਨੂੰ ਖਿੱਚਦਾ ਰਿਹਾ ਜੀ, ਹੁਣ ਤੈਨੂੰ ਤੰਗ ਨਹੀਂ ਕਰਾਂਗਾ, ਤੂੰ ਇੱਥੇ ਆਣ ਕੇ ਸੌਂ। ਮੈਨੂੰ ਖਿੱਚਦਾ ਰਿਹਾ, ਮੈਂ ਘਰ ਚਲਾ ਗਿਆ, ਜਾ ਕੇ ਸੌਂ ਗਿਆ। ਉਸ ਤੋਂ ਬਾਅਦ ਮੈਨੂੰ ਇਹਨੇ ਕਦੋਂ ਦੀ ਗੱਲ ਹੈ? ਹਾਂਜੀ, ਇਹ ਕਦੋਂ ਦੀ ਗੱਲ? ਇਹ ਰਜ਼ਾ ਦੀ ਜਿਹੜੀ ਸ਼ਾਦੀ ਹੋਣ ਤੋਂ ਪਹਿਲਾਂ ਦੀ ਗੱਲ ਹੈ। ਕਿੰਨੇ ਸਾਲ? ਠੀਕ ਹੈ, ਇਹ ਤਕਰੀਬਨ ਮੇਰੇ 2017 ਤੇ ਰਜ਼ਾ ਦੀ ਸ਼ਾਦੀ ਹੋਈ ਹੈ, ਉਸ ਤੋਂ ਪਹਿਲਾਂ ਦੀ ਗੱਲ ਹੈ। ਮਤਲਬ 2015-16 ਦੀ ਗੱਲ ਹੈ? 16 ਦੀ ਗੱਲ ਹੈ। 16 ਦੀ। ਠੀਕ ਹੈ ਜੀ। ਉਸ ਤੋਂ ਬਾਅਦ ਇਹਨੇ ਮੈਨੂੰ ਬੜੀ ਦਫਾ ਤੰਗ ਕੀਤਾ। ਮੈਂ ਇਹਨੂੰ ਇਹ ਗੱਲ ਕੀਤੀ ਹੈ ਕਿ ਅਗਰ ਮੇਰੀ ਕਿਸੇ ਕੋਲ ਗੱਲ ਸੁਣੀ ਹੋਵੇ ਇਸ ਬਾਰੇ, ਜਾਂ ਮੈਂ ਤੈਨੂੰ ਕਦੀ ਕੋਈ ਇਸ਼ਾਰਾ ਕਰਾਇਆ ਹੋਵੇ, ਠੀਕ ਹੈ, ਤੂੰ ਮੇਰੇ ਨਾਲ ਫਿਰ ਗੱਲ ਕਰ। ਮੈਂ ਗਲਤ ਬੰਦਾ ਨਹੀਂ ਹੈਗਾ, ਮੇਰੇ ਨਾਲ ਤੂੰ ਇਸ ਤਰ੍ਹਾਂ ਕੰਮ ਨਾ ਕਰ। ਸਹੀ ਹੈ। ਠੀਕ ਹੈ, ਮੈਨੂੰ ਤੰਗ ਨਹੀਂ ਤੂੰ ਕਰਨਾ। ਠੀਕ ਹੈ ਜੀ। ਉਹ ਵਕਤ ਗੁਜ਼ਰਿਆ, ਕੋਈ ਇਹਨੇ ਸ਼ਾਦੀ ਹੋ ਗਈ, ਕੋਈ ਮਿਸਾਲ ਆਪਣਾ ਨਾ ਇਹ ਮੈਨੂੰ ਨਹੀਂ ਤੰਗ ਕਰਦਾ ਰਿਹਾ। ਠੀਕ, ਕੁਝ ਦਿਨ ਨਹੀਂ ਤੰਗ ਕੀਤਾ ਜੋ ਸ਼ਾਦੀ ਦੇ ਦੌਰਾਨ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਮੈਨੂੰ ਨਾ ਫਿਰ ਮੈਂ ਜੀ ਰਾਤ ਸਰਦੀ ਦੇ ਦਿਨ ਹੁੰਦੇ ਸਨ, ਇਹ ਆਣ ਕੇ ਜੀ ਮੇਰਾ ਇਹਨੇ ਆਪਣੇ ਕਮਰੇ 'ਚ ਹੁੰਨਾ ਹਾਂ ਡੇਰੇ 'ਤੇ, ਇਹਨੇ ਉਸ ਸੱਬਲ ਦੇ ਨਾਲ ਖੱਪਾ ਕੱਢ ਕੇ, ਖੱਪਾ ਵੀ ਉੱਥੇ ਉਵੇਂ ਹੋਇਆ। ਠੀਕ ਹੈ ਜੀ, ਮੈਨੂੰ ਇਹ ਸੋਟਿਆਂ ਨਾਲ ਹੁੱਜਾਂ ਮਾਰ ਕੇ ਠਾਂਦਾ ਰਿਹਾ ਵੀ ਉਤਾਂ ਉੱਠ, ਠੀਕ, ਬੂਹਾ ਖੋਲ, ਕੁੰਡੀ ਲਾ। ਮੈਂ ਨਹੀਂ ਖੋਲੀ ਹੈਗੀ। ਠੀਕ ਹੈ। ਕਦੋਂ ਦੀ ਗੱਲ ਹੈ? ਹਾਂਜੀ, ਇਹ ਤਕਰੀਬਨ ਇਹ ਵੀ ਪਿੱਛੇ ਹੀ ਗੱਲ ਹੈ, ਜਿਹੜੀ ਪਿਛਲੀ ਗੱਲ ਹੈ ਨਾ ਉਹ ਤੁਹਾਨੂੰ ਸੁਣਾ ਰਿਹਾ। ਕਦੋਂ ਦੀ? ਕਿੰਨੇ ਸਾਲ? ਤਕਰੀਬਨ ਇਸ ਗੱਲ ਨੂੰ ਸਾਲ ਕੋਈ ਹੋ ਗਿਆ। ਸਾਲ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਕੁੰਡੀ ਨਹੀਂ ਖੋਲੀ। ਠੀਕ ਹੈ, ਮੈਨੂੰ ਉਹ ਵੀ ਤੰਗ ਕਰਦਾ। ਮੈਂ ਉਹ ਵੀ ਗੱਲਾਂ ਪੂਰੀਆਂ ਕੰਪਲੀਟ ਕਰੀ ਜਾਂਦੇ। ਹਾਂਜੀ। ਤੂੰ ਕਿਹਾ ਸਾਲ ਪਹਿਲੇ ਇਹਨਾਂ ਕੋਲ ਨੌਕਰੀ ਕੀਤੀ? ਹਾਂਜੀ, ਇੱਕ ਸਾਲ ਪਹਿਲੇ। 1 ਸਾਲ ਪਹਿਲੇ ਨੌਕਰੀ ਕੀਤੀ। ਉਹ ਜਿਹੜੀ ਤੂੰ ਗੱਲ ਸੁਣਾਈ ਉਹ 2016-17 ਦੀ ਹੈ? ਹਾਂਜੀ। ਉਹਨੂੰ 1 ਸਾਲ ਤੇ ਨਹੀਂ ਹੋਇਆ, ਹੁਣ ਤੇ 2023 ਹੈ। ਹਾਂਜੀ, 2023 ਹੈ। ਨੌਕਰੀ ਕਦੋਂ ਤੋਂ ਕਰ ਰਹੇ? ਨੌਕਰੀ 1 ਸਾਲ ਤੋਂ ਕਰ ਰਿਹਾ। ਤੇ ਉਹ ਪਹਿਲੇ ਕੀ ਕਰਦਾ ਸੀ ਤੂੰ ਉੱਥੇ? ਪਹਿਲੇ ਮੈਂ ਆਪਣਾ ਆਪ ਕੰਮ ਕਰਨਾ ਸੀ। ਇਲਜ਼ਾਮ ਲਾ ਰਹੇ ਆ ਉਹਦੇ ਤੇ? ਠੀਕ ਹੈ, ਇਲਜ਼ਾਮ ਜੀ ਮੈਂ ਨਹੀਂ ਲਗਾ ਰਿਹਾ। ਠੀਕ ਹੈ ਜੀ, ਮੈਂ ਆਪਣਾ ਕੰਮ ਕਰਨਾ ਸੀ, ਨਾਲ ਹੀ ਮੇਰੀ ਵੇਲੀ ਸੀ। ਠੀਕ ਹੈ, ਅਸੀਂ ਇਕੱਠੇ ਰਹੇ ਹਾਂ। ਠੀਕ ਹੈ, ਪਹਿਲਾਂ ਇਹਨਾਂ ਦੇ ਡੰਗਰ ਜਿਹੜੇ ਨੇ ਪਿੱਛੋਂ ਇਹਨਾਂ ਆਪਣੀ ਜਗ੍ਹਾ ਲਈਏ, ਇਹਨਾਂ ਡੰਗਰ ਸਾਡੀ ਵੇਲੀ 'ਚ ਸਨ। ਠੀਕ ਹੈ ਜੀ। ਦੂਜੀ ਗੱਲ ਇਹ ਆ ਵੀ ਮੈਂ ਤੇ ਭਾਈ ਨੂੰ ਸਾਰੀ ਗੱਲ ਦੱਸਦਾ ਰਿਹਾ। ਠੀਕ ਹੈ, ਇਹ ਮੈਨੂੰ ਕਿਸ ਤਰ੍ਹਾਂ ਤੰਗ ਕਰਦਾ, ਕਿਵੇਂ ਨਹੀਂ ਕਰਦਾ, ਹਰ ਗੱਲ ਨੂੰ ਦੱਸਦਾ। ਅਸੀਂ ਸ਼ਰਮ ਦੇ ਵਿੱਚ ਮਰਦੇ ਰਹੇ ਹਾਂ। ਨਾ ਮੈਂ ਆਪਣੇ ਭਾਈ ਨਾਲ ਕੋਈ ਗੱਲ ਕੀਤੀ ਹੈ, ਨਾ ਮੈਂ ਆਪਣੇ ਵਾਲਦ ਸਾਹਿਬ ਨਾਲ ਕੀਤੀ, ਨਾ ਉਹਨੇ ਆਪਣੇ ਭਾਈ ਨੂੰ ਗੱਲ ਕੀਤੀ ਹੈ। ਕਿੰਨੇ ਭੈਣ ਭਰਾ? ਅਸੀਂ 7 ਭੈਣ ਭਰਾ। ਅੱਛਾ। ਠੀਕ ਹੈ ਜੀ। ਮੈਂ ਸਭ ਤੋਂ ਛੋਟਾ। ਅੱਛਾ। ਇਹਦੇ ਭਾਈ ਨੇ ਮੈਨੂੰ ਮੋਬਾਈਲ ਦਿੱਤਾ।
ਠੀਕ ਹੈ ਜੀ ਵੀ ਇਹ ਆਪਣਾ ਮੇਰਾ ਮੋਬਾਈਲ ਫੜ, ਠੀਕ ਹੈ, ਅਗਰ ਜੇ ਹੁਣ ਤੈਨੂੰ ਤੰਗ ਕਰੇਗਾ ਨਾ ਤਾਂ ਤੂੰ ਇਹਦੀ ਰਿਕਾਰਡਿੰਗ ਕਰਕੇ ਮੈਨੂੰ ਸੁਣਾਈ, ਠੀਕ ਹੈ ਜੀ। ਉਹਦਾ ਇਨਫੀਨਿਕਸ ਮੋਬਾਈਲ ਸੀ, ਉਹਦਾ ਮੋਬਾਈਲ ਮੈਂ 2 ਮਹੀਨੇ ਇਸਤੇਮਾਲ ਕੀਤਾ 6 ਰਸਨ ਦਾ। ਮੇਰੇ ਕੋਲ ਨੋਕੀਆ ਦਾ ਮੋਬਾਈਲ ਸੀ, ਬਾਰਿਸ਼ ਹੋ ਰਹੀ ਹੈ, ਠੀਕ ਹੈ, ਮੈਂ ਆਪਣੇ ਕਮਰੇ 'ਚ ਬੈਠਾ ਵਾਂ, ਇਹ ਅਲੀ ਰਜ਼ਾ ਆਇਆ ਹੈ, ਭਿੱਜਾ ਹੈ, ਠੀਕ ਹੈ ਜੀ, ਇਹ ਆਇਆ ਇਹਨੇ ਬਾਰਿਸ਼ ਬੜੀ ਹੋ ਰਹੀ ਇਹ ਉਹ ਗੱਲਾਂ ਕੁਝ 2 ਮਿੰਟ ਕਰਦਾ ਰਿਹਾ। ਮੈਂ ਜਿਸ ਵੇਲੇ ਆਇਆ ਵੇਖਿਆ, ਮੈਂ ਪਹਿਲਾਂ ਗੱਲਾਂ ਰਿਕਾਰਡ ਮੋਬਾਈਲ ਲਾਈ ਤਾਂ ਮੈਂ ਸ਼ਾਇਦ ਕੋਈ ਗੱਲ ਕਰੇ, ਠੀਕ ਹੈ, ਉਹ ਗੱਲ ਹੀ ਹੋਈ। ਉੱਥੇ ਇਹਨੇ ਇਹ ਵੀ ਗੱਲ ਕੀਤੀ, ਹੁਣ ਇੱਥੇ ਕੋਈ ਵੀ ਨਹੀਂ ਹੈਗਾ, ਬਸ ਇਹ ਮੈਨੂੰ ਪੈਸਿਆਂ ਦਾ ਵੀ ਲਾਲਚ ਦਿੰਦਾ ਰਿਹਾ, 15,000 ਰੁਪਈਆ ਵੀ ਦਿੰਦਾ ਰਿਹਾ। ਉਹ ਵੀ ਸ਼ੇਰ ਹਸਨ ਮੈਂ ਗੱਲ ਦੱਸੀ ਉਹਦੇ ਬਾਈ ਨੂੰ। ਇਹ ਕਦੋਂ ਦੀ ਗੱਲ ਹੈ? ਹਾਂਜੀ, ਇਹ ਕਦੋਂ ਦੀ ਗੱਲ ਹੈ? ਇਹ ਜੀ ਆਪਣਾ ਉਦੋਂ ਮੈਂ ਇਹਨਾਂ ਦੇ ਨਾਲ ਨਹੀਂ ਸਹੇਗਾ, ਮੁਲਾਜ਼ਮਤ ਨਹੀਂ ਸੀ ਕਰਦਾ। 6-7 ਸਾਲ ਪੁਰਾਣੀ ਗੱਲ ਨਹੀਂ ਜੀ, ਇਹ 1 ਸਾਲ ਕੋ ਪਹਿਲੇ ਦੀ ਗੱਲ ਹੈ, 2 ਸਾਲ ਪਹਿਲੇ 1 ਸਾਲ ਕੋ ਪਹਿਲੇ ਦੀ ਗੱਲ ਹੈ, ਠੀਕ ਹੈ ਜੀ। ਜੀ ਇਹ ਗੱਲ ਨਾ ਇਹਦੇ ਭਾਈ ਨੂੰ ਮੈਂ ਸਾਰੀ ਦੱਸੀ, ਠੀਕ ਹੈ ਜੀ। ਅੱਛਾ, ਉਹਨੇ ਮੋਬਾਈਲ ਕਿਉਂ ਦਿੱਤਾ, ਕਿਸ ਹੈਸੀਅਤ ਚ ਦਿੱਤਾ? ਤੂੰ ਤੇ ਮੁਲਾਜ਼ਮ ਹੁੰਦਾ, ਉਹਨਾਂ ਕੋਲ ਦਿਲ ਫੇਰ ਦਿੰਦਾ ਨਾ। ਮੁਲਾਜ਼ਮ ਨਹੀਂ, ਅਸੀਂ ਉਹ ਬੜੇ ਦੋਸਤ ਹਾਂ। ਜਿਹੜਾ ਸ਼ੇਰ ਹਸਨ ਸੀ ਨਾ, ਅਸੀਂ ਇਕੱਠੇ ਬਚਪਨ ਤੋਂ ਅਸੀਂ ਉੱਥੇ ਇਕੱਠੇ ਰਹੇ, ਅਸੀਂ ਬੜੇ ਯਾਰ ਹੈਗੇ ਸਾਂ, ਮੇਰਾ ਭਾਈ ਕੀ ਤਰ੍ਹਾਂ, ਭਾਈਆਂ ਤਰ੍ਹਾਂ ਹੀ ਰਹੇ ਹਾਂ, ਠੀਕ ਹੈ ਜੀ। ਬੜਾ ਇਤਬਾਰ ਮੇਰੇ ਤੇ ਕਰਦਾ ਜੀ ਉਹ, ਠੀਕ ਹੈ ਜੀ। ਉਹਨੇ ਮੋਬਾਈਲ ਮੈਨੂੰ ਦਿੱਤਾ ਹੈ ਵੀ ਇਹਦੀ ਰਿਕਾਰਡਿੰਗ ਮੈਨੂੰ ਕਰਕੇ ਸੁਣਾਈ ਜੀ। ਉਹ ਰਿਕਾਰਡਿੰਗ ਸੁਣਾਈ ਹੈ। ਇਸ ਗੱਲ ਤੋਂ ਸ਼ੇਰ ਹਸਨ ਤੇ ਰਜ਼ਾ ਦੋਵੇਂ ਲੜੇ ਵੀ ਨੇ, ਹੱਥੋਂ ਪੱਕੀ ਵੀ ਹੋਏ ਨੇ, ਠੀਕ ਹੈ ਜੀ। ਉਹ ਜੀ ਜਿਸ ਦਿਨ ਵਕੂਆ ਬਣਿਆ, ਠੀਕ ਹੈ ਜੀ, ਉਸ ਤੋਂ 2 ਦਿਨ ਪਹਿਲਾਂ ਵੀ ਅਲੀ ਰਜ਼ਾ ਆਇਆ ਹੈ, ਠੀਕ ਹੈ। ਮੈਂ ਆਣ ਕੇ ਨੇ ਮੈਨੂੰ ਉਠਾਇਆ ਜੀ, ਠੀਕ ਹੈ। ਅਸੀਂ ਇਸ ਗੱਲ ਤੋਂ ਆਣ ਕੇ ਉਠਾਇਆ ਨਹੀਂ, ਮੇਰੇ ਨਾਲ ਬਿਸਤਰੇ 'ਚ ਲੰਮੇ ਪੈ ਗਿਆ, ਠੀਕ ਹੈ। ਮੈਂ ਇਹਨੂੰ ਸਾਰੀ ਰਾਤ ਨਸ਼ਾ ਵੀ ਕਰਦਾ ਸੀ, ਆਈਜ਼ ਵੀ ਪੀਂਦਾ, ਸਾਰੀ ਰਾਤ ਲਗਾ ਫਿਰਦਾ ਸੀ, ਠੀਕ ਹੈ। ਮੈਂ ਇਹਨੂੰ ਇਹ ਗੱਲ ਕੀਤੀ, ਯਾਰ ਮੈਨੂੰ ਸੌਂਦਾ ਕਰ, ਤੂੰ ਮੈਨੂੰ ਕਿਉਂ ਤੰਗ ਕਰਦਾ ਹੈ? ਹੱਥ ਵੀ ਜੋੜੇ ਨੇ। ਅੱਛਾ, ਇਹ ਕਦੋਂ ਦੀ ਗੱਲ ਹੈ? ਇਹ ਹੁਣ ਤੂੰ ਸੁਣਾ ਰਿਹਾ ਤੋਂ 2 ਦਿਨ ਪਹਿਲਾਂ ਦੀ ਗੱਲ ਹੈ, ਠੀਕ ਹੈ ਜੀ। ਉਸ ਦਿਨ ਮੈਂ ਇਹਦੇ ਕੋਲ ਨਿਕਲ ਕੇ ਮੈਂ ਪਰਾਲੀ ਦੇ ਵਿੱਚ ਸਾਰੀ ਰਾਤ ਸੁੱਤਾ ਹਾਂ, ਠੀਕ ਹੈ। ਸਾਡੇ ਕੋਲ ਪਰਾਲੀ ਹੈ, ਮੈਂ ਉਹਦੇ ਵਿੱਚ ਸੁੱਤਾ ਹਾਂ ਕਿ ਮੈਨੂੰ ਤੰਗ ਨਾ ਕਰੇ, ਠੀਕ ਹੈ ਜੀ। ਮੈਂ ਇਹਦੇ ਨਾਲ ਗਲਤ ਕੰਮ, ਮੈਂ ਸ਼ੇਰ ਭਾਈ ਨੂੰ ਵੀ ਦੱਸਿਆ, ਮੈਂ ਇਹ ਗਲਤ ਕੰਮ ਨਹੀਂ ਕਰਨਾ ਹੈਗਾ। ਅਗਰ ਮੈਂ ਇਹਦੇ ਨਾਲ ਕੰਮ ਕਰਨਾ ਹੋਵੇ ਨਾ, ਠੀਕ ਹੈ ਜੀ, ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ, ਜੇ ਮੈਂ ਕਰਾਂ ਤਾਂ ਮੈਂ ਇਹਨੂੰ ਬੜਾ ਅੱਛੀ ਤਰ੍ਹਾਂ ਇਹਦੇ ਨਾਲ ਮੈਂ ਹੱਲ ਹੈਗਾ ਜੀ, ਮੈਂ ਆਪਣਾ ਇਹਦੇ 'ਤੇ ਪਰਚਾ ਕਰਾ ਸਕਣਾ, ਠੀਕ ਹੈ। ਮੈਂ ਇਹ ਕੰਮ ਹੀ ਨਹੀਂ ਕਰਨਾ, ठीक है। इस गल तो रजा ते शेर हसन दोवें लड़े भी ने। नाजरीन, इस वक्त हमारे साथ मौजूद हैं SHO शरकपुर गुलाम बारी साहब। उन्हीं की ज़ुबानी जानते हैं कि अली रज़ा के कत्ल की असल कहानी है क्या, किस वजह से मुलजिम ने ये कत्ल की वारदात की है। बारी साहब, बड़ा अफसोसनाक एक वाक़या, मुलाजिम ने ही मालिक को बेदर्दी के साथ कत्ल कर दिया। अब कत्ल तो कर दिया, लेकिन वो बड़ा ही बेहुदा इल्ज़ाम जो है वो बार बार अपने मालिक पर लगा रहा है। इसमें क्या हकायक हैं, असल में है क्या? जो बता रहा है ना बिल्कुल झूठ है। इनका मामूली झगड़ा हुआ है। ये बहुत तेज़ आदमी है, शातिर मुलजिम है। ये तरह तरह के इल्ज़ाम, असल में हकायक ये है कि इसने कई से पहला वार किया उसके साथ मामूली लड़ाई झगड़े के दौरान। तो वो जो पहली चोट थी उसके सिर पे आ गई, अब बेहोश हो गया। इसके बाद इन्होंने कई और वार किए हैं उसके ऊपर। अच्छा। और ये मार के भाग गया उधर से। इस वक्त हमारे साथ मकतूल अली रज़ा के वालिद मौजूद हैं, जिनके बेटे को इन्हीं के मुलाजिम ने बेदर्दी से कईयों के वार करके मौत के घाट उतार दिया। बड़ा ही अफसोसनाक ये वाक़या है। कैसे ये कत्ल की वारदात हो गई और कब से ये मुलाजिम आपके पास था? इफ्तिखार उर्फ लब्बा, ये साढ़े नाल 2-3 साल तो है सी। ठीक है। छोटे तो ਜਦੋਂ ਖਾਣਾ ਪੀਣਾ ਸਾਡੇ ਕੋਲ, ਸਾਡੇ ਨਾਲ ਇਹਨਾਂ ਦੇ ਹਵੇਲੀ ਸੀ, ਇਹ ਸਾਡੇ ਨਾਲ ਲੱਗ ਪਿਆ ਨੌਕਰ। ਅੱਛਾ, ਰਹਿਣ ਵਾਲਾ ਵੀ ਇੱਧਰ ਦਾ ਹੀ ਸੀ? ਹਾਂਜੀ, ਇੱਥੋਂ ਦਾ। ਇੱਥੇ ਮੇਰੀ ਹਵੇਲੀ, ਇੱਥੇ ਨਾਲ ਇਹਨਾਂ ਦੀ। ਇਹ ਸਾਰਾ ਕੁਝ ਡੰਗਰੇ ਤੇ ਮੇਰੇ ਲੈ ਲਿਆ। ਅਸੀਂ ਮੈਨੂੰ ਤਨਖਾਹ ਦਿੰਦੇ ਨੇ, ਨਾਲ ਕੰਮ ਕਾਰ ਕਰਦੇ ਨੇ। ਇਹਦੀ ਖਾਹਿਸ਼ ਇਹ ਸੀ ਕਿ ਮੈਂ ਹੀ ਇਹਨਾਂ ਕੋਲ ਰਹਾਂ, ਹੋਰ ਨਾ। ਸਾਨੂੰ ਇਹ ਵਾਰਾ ਨਹੀਂ ਸਿਖਾਉਂਦਾ। ਮੇਰਾ ਬੇਟਾ ਵੀ ਸਾਨੂੰ ਮਹਿੰਗਾ ਪੈਂਦਾ ਕਿ ਡੰਗਰਾਂ ਦਾ, ਇਹਦੇ 5-4 ਡੰਗਰ ਨੇ, ਅੱਗੋਂ ਇਹ ਖੁਦ ਕੰਮ ਨਹੀਂ ਕਰਦਾ, ਇਹ ਕਿਸੇ ਹੋਰ ਬੰਦੇ ਨਾਲ ਜਾ ਕੇ ਪੱਠੇ ਵਡਾਉਂਦਾ, ਤੇ ਉਹਨੂੰ 2 ਪੰਡਾ ਉਹਨੂੰ ਦੇ ਦਿੰਦਾ। ਤੇ ਸਾਨੂੰ ਇਹ ਮਹਿੰਗਾ ਪੈਂਦਾ। ਉਹਨੇ ਡੰਗਰ ਸਾਡੇ, ਉਹਨੇ ਲੋਕਾਂ ਦੇ ਨਾਲ ਮਤਲਬ ਨੁਕਸਾਨ ਕਰਦਾ ਹੈ। 1-2 ਵਾਰੀ ਉਹਨਾਂ ਨੂੰ ਤੇਲ ਕੱਢਦਿਆਂ ਵੇਖ ਲਿਆ, ਟਰੈਕਟਰ 'ਚ ਚੋਰੀ, ਟਰੈਕਟਰ ਖੋਤਾ ਨਾ ਕੱਢ ਕੇ ਦਿੰਦੀ। ਆਪਣੀ ਥੋੜੀ ਜਿਹੀ ਜ਼ਮੀਨ ਸੀ, ਉਹਨੂੰ ਇਹ ਪਾਣੀ ਖਾਦ। ਇੱਕ ਵਾਰੀ ਉਹ ਫਿਰ ਝਗੜਾ ਹੋਇਆ, ਇਹਨੂੰ ਜ਼ਿਹਨ 'ਚ ਰੱਖਿਆ। ਇਹਨੇ ਅਲੀ ਰਜ਼ਾ ਨੇ ਬੰਦਾ ਮੰਗਵਾ ਲਿਆ ਖਾਨੇਵਾਲ ਤੋਂ। ਅੱਛਾ, ਬੇਟੇ ਨੇ ਤੁਹਾਡੇ? ਬੇਟੇ ਨੇ। ਅੱਛਾ, ਕਦੋਂ? ਇਹ ਇਸ ਵਾਕਿਆ ਤੋਂ ਕੋਈ 8 ਦਿਨ ਪਹਿਲੇ ਕਿ 10 ਦਿਨ। ਠੀਕ ਹੈ। ਸਾਡਾ ਪੱਠਾ ਬਾਤ ਹੈ ਇਸ ਬੰਦੇ ਨੇ। ਅਸੀਂ ਇੱਕ ਸੱਪ ਪਾਲਿਆ, ਸੱਪ ਪਾਲਿਆ, ਔਰ ਇੰਨੀ ਕੁ ਦੀ ਖਿਦਮਤ ਅਸੀਂ ਕਰੀ। ਜੋ ਅਸੀਂ ਦੁੱਧ ਪੀਣਾ ਉਹਨੂੰ ਵੀ ਸਾਮਾਨ ਉਵੇਂ ਦੇਣਾ।
ਮੱਖਣ ਨਾਲ ਰੋਟੀ ਦੇਣੀ, ਸਲਾਦ ਨਾਲ ਮੰਗਦਾ ਸੀ, ਮੈਨੂੰ ਸਲਾਦ ਦਿਓ, ਗਰਮੀ ਨਾਲ ਮੈਨੂੰ ਗਰਮੀ ਨੂੰ ਫਾਲਸੇ ਦਾ ਜੂਸ ਪਿਆਓ, ਹੁਣ ਦੁੱਧ ਸੋਡਾ ਪਿਆਉਂਦੇ ਰਹੇ। ਅੱਛਾ, ਉਹਨੇ ਸਾਨੂੰ ਆਹ ਸਿਲਾ ਦਿੱਤਾ। ਮੈਂ ਉਹਦੇ ਮੂੰਹ ਵੱਲ ਕਈ ਮਾਰੀ ਜ਼ੋਰ ਨਾਲ ਵਗਾਈ ਏ, ਠੀਕ ਹੈ, ਉਹਨੂੰ ਇਹ ਕਈ ਵੱਜ ਗਈ ਏ, ਉਹ ਜੀ ਇਸ ਤਰ੍ਹਾਂ ਕਰਕੇ ਨਾ ਇੰਜ ਥੱਲੇ ਬਹਿ ਗਏ। ਮੈਨੂੰ ਪਤਾ ਸੀ ਹੁਣ ਇਹਨੇ ਉੱਠਣਾ, ਠੀਕ ਹੈ, ਮੁੰਡਾ ਮੇਰੇ ਨਾਲ ਤਗੜਾ ਸੀ, ਉਹ ਜੀ ਇਸ ਤਰ੍ਹਾਂ ਹੱਥ ਰੱਖ ਲਿਆ, ਫੜਨ ਲੱਗਾ ਕਈ, ਠੀਕ ਹੈ ਜੀ, ਹਾਲੇ ਇੰਜ ਉੱਠਾ, ਮੈਂ ਦੁਬਾਰਾ ਕਈ ਉਹਨੂੰ ਇੱਥੇ ਪਿੱਛੇ ਧੌਣ ਤੇ ਮਾਰ ਦਿੱਤੀ। ਤੁਸੀਂ ਦੱਸ ਰਹੇ ਹੋ ਬੇਟਾ ਬਹਾਦਰ ਵੀ ਸੀਗੇ ਉਹ, ਲੇਕਿਨ ਉਹ ਮਜ਼ਾਮਤ ਵੀ ਕਰ ਸਕਦਾ ਸੀ, ਫੜ ਸਕਦਾ ਤੇ ਫਿਰ ਉਹ ਮਾਰ ਨਹੀਂ ਸਿਖਾਉਂਦੇ ਇਹਦੇ ਰੰਗੇ, ਇੱਕ ਹੋਰ 2 ਵੀ ਹੁੰਦੇ ਤੇ ਜਦੋਂ ਦਾ ਨੌਕਰੀ ਕਰ ਰਹੇ ਆ ਉਦੋਂ ਤਾਂ ਉਹਨੇ ਕਿੰਨੀ ਵਾਰੀ ਅਟੈਂਪਟ ਕੀਤੀ ਹੈ ਤੇਰੇ ਤੇ? ਇਹ ਅਲੀ ਰਜ਼ਾ ਨੇ ਹਾਂ, ਬਹੁਤ ਕੋਈ ਇੱਕ ਦਫਾ ਗੱਲ ਕੀਤੀ ਹੋਵੇ ਤੇ ਆਪਣਾ ਨਾ ਕੋਈ ਹੋਵੇ ਗੱਲ ਨਾ, ਠੀਕ ਹੈ। ਕੋਈ ਕਦੀ ਮੇਰੀ ਬੀਵੀ ਜੀ ਆਪਣਾ ਗਏ ਨੇ ਪੇਕਿਆਂ ਤੇ ਗਏ ਨੇ, ਮੈਂ ਬਹੁਤ ਤੰਗ ਆ, ਕਦੀ ਜੀ ਮੇਰੇ ਉਹਦਾ ਬੱਚਾ ਹੋਣ ਵਾਲਾ ਹੈ, ਕਦੀ ਜੀ ਉਹ ਦਵਾਈ ਖਾ ਰਹੇ ਨੇ, ਹੁਣ ਜੀ ਹੁਣ ਦੀ ਜਿਹੜੀ ਇਹ ਗੱਲ ਹੈ ਵੀ ਉਹ ਦਵਾਈ ਤੇਰੀ ਭਰਜਾਈ ਦਵਾਈ ਖਾਂਦੀ ਏ, ਠੀਕ ਹੈ ਜੀ, ਤੇ ਮੈਂ ਬੜਾ ਤੰਗ ਆ, ਮੈਨੂੰ ਜੀ ਇੱਕ ਵਾਰੀ ਮੈਂ ਸਾਰੀ ਜ਼ਿੰਦਗੀ ਤੈਨੂੰ ਇਹ ਕੰਮ ਨਹੀਂ ਆਖਾਂਗਾ, ਠੀਕ ਹੈ ਜੀ, ਪੈਸਿਆਂ ਦਾ ਵੀ ਲਾਲਚ ਦਿੰਦਾ ਰਿਹਾ, ਮੈਂ ਨਹੀਂ ਕੰਮ ਕੀਤਾ ਹੈਗਾ। ਸਹੀ ਹੈ। ਤੇ ਤੂੰ ਉਹਦੇ ਵਾਲਿਦ ਨੂੰ ਨਹੀਂ ਦੱਸਿਆ ਜਿੰਨੇ ਤੈਨੂੰ ਮੁਲਾਜ਼ਮ ਰੱਖਿਆ ਸੀ ਆਪਣੇ ਕੋਲ? ਹਾਂਜੀ। ਪਰ ਤਨਖਾਹ ਲੈਂਦਾ ਸੀ? ਹਾਂਜੀ। ਕਿੰਨੀ ਤਨਖਾਹ? ਮੈਂ ਹਾਂਜੀ, ਮੈਨੂੰ ਦਿੰਦੇ ਸਨ, ਕਦੇ 12,000 ਦੇ ਦਿੰਦੇ ਹਨ, ਕਦੇ 13 ਦੇ ਦਿੰਦੇ ਹਨ ਜੀ। ਤੇਰੇ ਆਪਣੇ ਵੀ ਡੰਗਰ ਸੀ ਨਾਲ? ਹਾਂਜੀ, ਮੇਰੇ ਆਪਣੇ ਵੀ ਡੰਗਰ ਸਨ, ਠੀਕ ਹੈ, ਪੱਠੇ ਬੀਜਨੇ ਅਸੀਂ, ਠੀਕ ਹੈ, ਅਸੀਂ ਉਹ ਖਰਚਾ ਅੱਧਾ ਮੈਂ ਦੇਣਾ ਸਾਂ, ਰਲ ਕੇ ਅਸੀਂ 20 ਪਾਣੇ ਸਾਂ, ਠੀਕ ਹੈ ਜੀ, ਉਹ ਜੀ ਤੇਲ ਟਰੈਕਟਰ ਚ ਪਾ ਦੇਣਾ, ਬੀਜ ਹੀ ਮੇਰਾ ਹੁੰਦਾ ਸੀ। ਆਪਣੇ ਕਦੀ ਭਰਾ ਨੂੰ ਨਹੀਂ ਦੱਸਿਆ ਤੂੰ? ਨਹੀਂ ਜੀ, ਅਸੀਂ ਸ਼ਰਮ ਦੇ ਵਿੱਚ ਹੀ ਰਹੇ ਹਾਂ, ਅਸੀਂ ਇਸ ਤੋਂ ਨਹੀਂ ਗੱਲ ਕੀਤੀ, ਉਹ ਵੀ ਉਹਨੇ ਸ਼ੇਰ ਹਸਨ ਨੇ ਵੀ ਇਹ ਗੱਲ ਕੀਤੀ ਹੈ ਵੀ ਮੈਂ ਹੁਣ ਇਹਨੂੰ ਕੀ ਆਖਾਂ ਵੀ ਇਹਨੂੰ, ਇਹ ਮੇਰਾ ਵੱਡਾ ਭਾਈ ਹੈ, ਮੈਂ ਇਹਨੂੰ ਇਹ ਗੱਲ ਕਰਾਂ ਵੀ ਤੂੰ ਇਹਨੂੰ ਇਸ ਤਰ੍ਹਾਂ ਆਣਾ, ਠੀਕ ਹੈ, ਜੇ ਅਗਰ ਅਸੀਂ ਲੜਾਂਗੇ ਕੋਈ ਦੂਸਰਾ ਆਖੇਗਾ ਕਿਸ ਗੱਲ ਤੋਂ ਲੜ ਰਹੇ ਜੀ, ਤੇ ਤੂੰ ਉਹਨਾਂ ਦੀ ਨੌਕਰੀ ਛੱਡ ਦਿੰਦਾ ਬੇਟੇ? ਜੀ ਉਸਨੇ ਭਾਈ ਸ਼ੇਰ ਹਸਨ ਨੇ ਮੈਨੂੰ ਨਾ ਰੱਖਿਆ, ਠੀਕ ਹੈ, ਮੈਨੂੰ ਉਹਨੇ ਕਿਹਾ ਕਿ ਮੈਂ ਜੀ ਇਹਨੂੰ ਸਮਝਾ ਲਾਂਗਾ ਜੀ, ਠੀਕ ਹੈ ਜੀ, ਇਹ ਅਲੀ ਰਜ਼ਾ ਨੇ ਇਹਨਾਂ ਦਾ ਬੰਦਾ ਨੱਸ ਗਿਆ ਸੀ, ਇਹਨਾਂ ਨੂੰ ਬੰਦਾ ਨਹੀਂ ਸੀ ਲੱਭ ਰਿਹਾ, ਇਹਨਾਂ ਦਾ ਕੰਮ ਜਿਹੜਾ ਨਾ ਸ਼ੇਰ ਹਸਨ ਨੇ ਆਖਿਆ ਵੀ ਅਲੀ ਰਜ਼ਾ ਨਹੀਂ ਕਰ ਰਿਹਾ, ਅਲੀ ਰਜ਼ਾ ਨੇ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਹੁੰਦਾ, ਆਪਣਾ ਕੰਮ ਕਰਨਾ ਇਹਦੀ ਕਰ ਲਵੋ, ਠੀਕ ਹੈ, ਤੇ ਤੂੰ ਵਿਹਲਾ ਹੈਗਾ, ਤੂੰ ਆਪਣਾ ਮੇਰੇ ਨਾਲ ਸਾਹਿਬ ਕੋ ਨਹੀਂ ਗਿਆ, ਉਹ ਜਿਹੜੇ ਤੈਨੂੰ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੇ ਸੀ? ਹਾਂਜੀ ਜੀ, ਉਹਦੇ ਨਾਲ ਅਸੀਂ ਕੋਈ ਗੱਲ ਉਹਦੇ ਨਾਲ ਨਹੀਂ ਕੀਤੀ ਹੈਗੀ ਨਾ, ਮੈਂ ਉਹਨੂੰ ਹੀ ਕਹਿਣਾ ਹਾਂ ਸ਼ੇਰ ਹਸਨ ਨੂੰ ਤੇ ਆਪਣੇ ਵਾਲਿਦ ਸਾਹਿਬ ਨਾਲ ਗੱਲ ਕਰ। ਐਸਾ ਹੋ ਗਿਆ, ਤੂੰ ਤੇ ਮੈਨੂੰ ਪਿਛਲੇ ਕਈ ਸਾਲਾਂ ਦੀ ਸਟੋਰੀ ਵੀ ਸੁਣਾਤੀ ਹੈ, ਉਦੋਂ ਨਹੀਂ ਤੈਨੂੰ ਕੁਝ ਹੋਇਆ, ਹੁਣ ਅਚਾਨਕ ਕੀ ਹੋਇਆ? ਹੁਣ ਜੀ ਸਰ ਇਹ ਗੱਲ ਸੀ, ਉਸੇ ਰੋਟੀ ਲੈ ਕੇ ਆ, ਰੋਟੀ ਨੇ ਖਾ ਲਈ ਜੀ, ਠੀਕ ਹੈ, ਮੈਂ ਜਾ ਰਿਹਾ, ਤੂੰ ਆਪਣਾ ਪਾਣੀ ਲਾ, ਠੀਕ ਹੈ, ਮੈਂ ਜਾ ਸ਼ਾਮ ਹੋ ਜਾਣੀ ਸੀ, ਇਹਦੇ ਅੱਬੂ ਨੇ ਇਹ ਗੱਲ ਕੀਤੀ ਸੀ ਵੀ ਸ਼ਾਮ ਵਾਲੇ ਬੋਰਡ ਬੰਦ ਕਰਕੇ ਆ ਜਾਣਾ, ਠੀਕ ਹੈ, ਅੱਛਾ ਜੀ ਇਹ ਕਰ ਲੈਨੇ ਆ ਜੀ, ਤੂੰ ਚਲਾ ਵੀ ਜਾਈਂ ਜੀ। ਇਹਨੇ 4 ਕਿਆਰਿਆਂ ਨੂੰ ਇਕੱਠਿਆਂ ਨੂੰ ਪਾਣੀ ਛੱਡਿਆ, ਠੀਕ ਹੈ ਜੀ। ਕੀ ਕੀਤਾ? 4 ਕਿਆਰਿਆਂ ਨੂੰ ਨਾ ਇਕੱਠਿਆਂ ਨੂੰ ਪਾਣੀ ਛੱਡ ਦਿੱਤਾ, ਉਹ ਪੈਲੀ ਨੂੰ ਨਾ ਜ਼ਮੀਨ ਨੂੰ 4 ਕਿਆਰਿਆਂ ਨੂੰ ਇਕੱਠਿਆਂ ਨੂੰ ਪਾਣੀ ਛੱਡਿਆ ਜੀ, ਠੀਕ ਹੈ ਜੀ। ਮੈਂ ਨੇ ਇਹ ਗੱਲ ਕੀਤੀ, ਮੈਂ ਇਹ ਕੀ ਕੀਤਾ, ਇਹ ਤੈਨੂੰ ਦੱਸਣਾ ਕੀ ਕੀਤਾ। ਬਾਂਹ ਦਾ ਫਰਕ ਮੈਨੂੰ ਜੀ ਬੂਟਿਆਂ ਨਾਲ ਖਿੱਚਦਾ ਸੀ, ਠੀਕ ਹੈ, ਮੈਂ ਇਹ ਗੱਲ ਕੀਤੀ, ਅਲੀ ਰਜ਼ਾ ਮੋਰਚਾ, ਮੈਂ ਬਹੁਤ ਤੰਗ ਆਇਆ ਪਿਆ ਸਾਂ, ਬਹੁਤ ਤੰਗ ਸਾਂ, ਮੈਂ ਕਿਹਾ ਮੇਰੇ ਨਾਲ ਇਹ ਕੰਮ ਨਾ ਕਰ, ਮੈਂ ਹੱਥ ਵੀ ਜੋੜੇ ਨੇ, ਠੀਕ ਹੈ ਜੀ। ਉੱਥੇ ਅਸੀਂ ਦੋਵੇਂ ਸਾਂ, ਹੋਰ ਕੋਈ ਜੀ ਨਹੀਂ ਸੀਗਾ ਜੀ। ਉੱਥੇ ਮੈਨੂੰ ਬਾਂਹ ਖਿੱਚ ਕੇ ਫੜਾ, ਮੈਂ ਬਾਂਹ ਛਡਾ ਕੇ ਨਾ ਤੇ ਇਹਨੂੰ ਜੀ ਇੰਜ ਮੁੱਕਾ ਮਾਰਿਆ ਮੂੰਹ ਤੇ, ਉਹ ਜੀ ਮੇਰਾ ਤਗੜਾ ਸੀ, ਮੈਨੂੰ ਉਹਨੇ ਇੱਕ ਇਧਰੋਂ ਚੰਡਾ ਲਾ ਪਿਆ ਮਾਰਨ, ਇਧਰੋਂ ਨਾ ਮੂੰਹ ਤੇ ਚੰਡਾ, ਮੈਨੂੰ ਹੋਸ਼ ਨਹੀਂ ਆਉਣ ਦਿੱਤੀ, ਚੰਡਾ ਹੁਣ ਮੈਨੂੰ ਵੱਲ ਮਾਰੀਆਂ ਨੇ, ਠੀਕ ਹੈ। ਮੈਨੂੰ ਇਸ ਤੋਂ ਗੁੱਸਾ ਵੀ ਇੱਕ ਸਾਰਾ ਕੰਮ ਕਰੀਦਾ, ਇੱਕ ਨਾਲੇ ਆਂਦੇ ਨੇ ਵੀ ਮੈਨੂੰ ਗਲਤ ਕੰਮ ਕਰਵਾ, ਠੀਕ ਹੈ ਜੀ, ਪੈਸਿਆਂ ਦਾ ਵੀ ਲਾਲਚ ਦਿੰਦੇ ਸਨ, ਇਹਦੇ ਭਾਈ ਨੂੰ ਸਾਰੀ ਗੱਲ ਦਾ ਪਤਾ, ਮੇਰੇ ਕੋਲ ਕਈ ਸੀ, ਠੀਕ ਹੈ, ਮੈਂ ਇਹਨੂੰ ਪਿੱਛੇ ਹਟ ਕੇ ਨਾ ਤਾਂ ਮੈਂ ਕਈ ਮਾਰੀ ਉਹਨੂੰ ਵਗਾਤੀ, ਠੀਕ ਹੈ, ਉਹਨੂੰ ਮੈਂ ਚਲਾਵੀਂ ਮਾਰੀ, ਚਲਾਵੀਂ ਕਈ ਮਾਰੀਆਂ, ਇਸ ਤਰ੍ਹਾਂ ਹੀ ਕੋਲ ਹੀ ਖੜਾ ਸੀ, ਸੁੱਟੀ ਉਹਦੇ ਲਈ ਜ਼ੋਰ ਨਾਲ ਸੁੱਟੀ ਹੈ, ਕੋਈ ਇਸ ਗੱਲ ਦੇ ਝੂਠ ਨਹੀਂ ਮਾਰਾਂਗਾ, ਉਹਨੂੰ ਕਹੀ ਜੀ ਇੱਥੇ ਵੱਜ ਗਈ, ਠੀਕ ਹੈ, ਇਹ ਕਹੀ ਉਹਨੂੰ ਵੱਜੀ, ਠੀਕ ਹੈ, ਮੈਂ ਉਹਦੇ ਮੂੰਹ ਵੱਲ ਕਈ ਮਾਰੀ, ਜ਼ੋਰ ਨਾਲ ਵਗਾਈ ਹੈ, ਠੀਕ ਹੈ, ਉਹਨੂੰ ਇਹ ਕਈ ਵੱਜ ਗਈ ਹੈ, ਉਹ ਜੀ ਇਸ ਤਰ੍ਹਾਂ ਕਰਕੇ ਨਾ ਇੰਜ ਥੱਲੇ ਬਹਿ ਗਿਆ, ਠੀਕ ਹੈ, ਕਈਆਂ ਸਨ ਉੱਥੇ 2 ਉੱਤੇ ਪਈਆਂ ਨੇ, ਠਾਣੇ ਦੇ ਉੱਤੇ ਪਈਆਂ ਨੇ, ਕਈਆਂ 2 ਸਨ, ਮੈਂ ਜਿਹੜੀ ਵਗਾਈ ਕਈ ਉਹ ਉਹਦੇ ਕੋਲ ਡਿੱਗ ਪਈ, ਠੀਕ ਹੈ, ਮੈਂ ਦੂਸਰੀ ਕਈ ਫੜ ਲਈ, ਮੈਨੂੰ ਪਤਾ ਸੀ ਹੁਣ ਇਹਨੇ ਉੱਠਣਾ, ਠੀਕ ਹੈ, ਮੁੰਡਾ ਮੇਰੇ ਨਾਲ ਤਗੜਾ ਸੀ, ਉਹ ਜੀ ਇਸ ਤਰ੍ਹਾਂ ਹੱਥ ਰੱਖ ਲਿਆ, ਫੜਨ ਲੱਗਾ ਕਈ, ਠੀਕ ਹੈ ਜੀ, ਹਾਲੇ ਇੰਜ ਉੱਠਾ, ਮੈਂ ਦੁਬਾਰਾ ਕਈ ਉਹਨੂੰ ਇੱਥੇ ਪਿੱਛੇ ਧੌਣ ਤੇ ਮਾਰ ਦਿੱਤੀ, ਅੱਛਾ, ਠੀਕ ਹੈ ਜੀ, ਡਿੱਗ ਪਿਆ ਲੰਮੇ, ਇਸ ਤਰ੍ਹਾਂ ਸਿੱਧਾ ਡਿੱਗ ਪਿਆ, ਤੇ ਇਸ ਤਰ੍ਹਾਂ ਕਰਕੇ ਉਹਨੇ ਅੱਖਾਂ 'ਚ ਥੋੜ੍ਹੀਆਂ ਮੀਟੀਆਂ ਨੇ ਖੋਲੀਆਂ, ਸਿਰ ਛੰਡਾ, ਮਾੜਾ ਉੱਠਣ ਲੱਗਾ, ਮੈਂ ਫਿਰ ਕਈ ਤੀਸਰੀ ਇਹਨੂੰ ਕਈ ਮਾਰੀ ਐ ਲਈ,
ਠੀਕ ਹੈ ਇੱਥੇ ਮਾਰੀ? ਹਾਂਜੀ ਇੱਥੇ ਮਾਰੀ। ਕਈ ਉਹਨੇ ਚਾਰ ਅੱਗ ਤੇ? ਤੀਸਰੀ ਹਾਂਜੀ ਸਿੱਧੀ ਕਈ ਮਾਰੀ, ਮੈਂ ਕੋਈ ਝੂਠ ਬੋਲਾਂ, ਪੁੱਠੀ ਮਾਰੀ ਜਾਂ ਇੰਜ ਮਾਰੀ ਠੀਕ ਹੈ ਜੀ। ਠੀਕ ਹੈ, ਤੀਸਰੀ ਉੱਥੇ ਮਾਰੀ? ਤੀਸਰੀ ਕਈ ਜੀ ਉਹ ਮਾਰੀ। ਫੇਰ? ਠੀਕ ਹੈ, ਉਹ ਸਰ ਫਿਰ ਨਹੀਂ ਹਿੱਲਿਆ। ਹੁੰਦਾ ਬੰਦੇ ਦੀ ਜਾਨ ਨਿਕਲਦੀ ਹੈ ਜਾਂ ਤੜਫਦਾ ਹੈ ਜਾਂ ਕੋਈ ਗੱਲ ਨਹੀਂ ਹੋਈ। ਠੀਕ ਹੈ, ਮੈਂ ਉੱਥੇ ਉਹਦੇ ਤੋਂ ਖਲੋਤਾ ਰਹਾ, ਉਹਦਾ ਰੰਗ ਜਿਹੜਾ ਖੱਟਾ ਜਿਹਾ ਜਿਸਲ ਹੋਇਆ ਹੈ ਨਾ, ਠੀਕ, ਉਦੋਂ ਮੈਨੂੰ ਮਾਲੂਮ ਹੋਇਆ ਵੀ ਇਹਦੀ ਜਿਹੜੀ ਜਾਨ ਹੈ ਨਾ ਜੀ ਉਹ ਨਿਕਲ ਗਈ। ਉਸ ਵੇਲੇ ਮੈਂ ਨਾ ਆਪਣਾ ਉੱਥੇ ਟੋਇਆ ਕੱਢਿਆ। ਉਸੇ ਟਾਈਮ ਟੋਇਆ ਕੱਢਣਾ ਹਾਂਜੀ, ਸ਼ੁਰੂ ਕਰਤਾ? ਪਰਲੀ ਸਾਈਡ ਨਹੀਂ, ਉਸ ਟਾਈਮ ਨੇ ਬੋਰ ਬੰਦ ਕੀਤਾ, ਜਿਹੜਾ ਟੂਬਲ ਸੀ ਨਾ ਉਹ ਬੰਦ ਕੀਤਾ ਇਹਨਾਂ ਦਾ, ਟਰੈਕਟਰ ਕਾਂਠੇ ਤੇ ਡੱਕਿਆ। ਠੀਕ ਹੈ ਜੀ, ਮੈਂ ਜੀ ਟੋਇਆ ਕੱਢਿਆ, ਰੇਤ ਸੀ ਪਰਾਂ ਨਾਲ ਹੀ ਥੋੜੀ ਅੱਡ ਦੂਸਰੀ ਸਾਈਡ ਤੇ ਜੀ ਟੋਇਆ ਮੈਂ ਕੱਢਣ ਲੱਗ ਪਿਆ, ਸ਼ੁਰੂ ਕਰ ਦਿੱਤਾ। ਰੇਤ ਸੀ, ਟੋਇਆ ਮੈਂ ਪੂਰਾ ਕੱਢ ਦਿੱਤਾ। ਠੀਕ ਹੈ, ਕਬਰ ਕੱਢ ਠੀਕ ਹੈ, ਇਹਨਾਂ ਟੋਇਆ ਮੈਂ ਕੱਢਿਆ ਆਪਣਾ ਮੋਢੇ 'ਚ ਨਾ। ਅੱਛਾ। ਹਾਲੇ ਕਿ ਕਬਰ ਵੀ ਉਨੀ ਡੂੰਘੀ ਨਹੀਂ ਹੁੰਦੀ। ਠੀਕ ਹੈ, ਉਹਨਾਂ ਟੋਇਆ ਕੱਢ ਲਿਆ, ਉਹਦੀ ਲੱਤਾਂ ਤੋਂ ਫੜ ਕੇ ਮਸਾਲ ਖਿੱਚ ਕੇ ਉਹਦੇ ਉੱਤੇ ਲੈ ਗਿਆ, ਵਿੱਚ ਪਾਣ ਲੱਗਾ, ਵਿੱਚ ਸੱਟਣ ਲੱਗਾ ਵਾ। ਜਿਸ ਤਰ੍ਹਾਂ ਨਾਲ ਮੈਂ ਇਕੱਠੇ ਜੁੜੇ, ਜਿਸ ਤਰ੍ਹਾਂ ਮੇਰਾ ਜਿਸ ਦਿਲ ਨੇ ਕਿਹਾ, ਮੈਂ ਸਰ ਕੋਈ ਝੂਠ ਨਹੀਂ ਬੋਲਾਂਗਾ ਇਸ ਗੱਲ ਨੇ, ਜਿਵੇਂ ਮੇਰੇ ਦਿਲ ਨੇ ਕਿਹਾ ਵਿੱਚ ਨਾ ਸੱਟ ਜੇ ਅਗਰ ਪਤਾ ਵੀ ਚੱਲ ਗਿਆ ਜਾਂ 2 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਇਹ ਆਪਣਾ ਮੋਬਾਈਲ ਨੈਟ ਤੇ ਅਸੀਂ ਕਈ ਇਸ ਵਾਕਿਆ ਵੇਖੀ ਦੇ ਸਨ। ਵੇਖਦਾ ਹੈ ਤੂੰ ਇਹੋ ਜਿਹੇ ਬਾਤ? ਹਾਂਜੀ ਜੀ। ਅੱਛਾ ਜੀ, ਉਹ ਆਪਣਾ ਨਾ ਪਿੱਛੋਂ ਜੀ ਉਹ ਨਿਕਲਦੇ ਨੇ ਇਸ ਤਰ੍ਹਾਂ। ਕੀ ਵੇਖਣਾ ਹੈ? ਹਾਂਜੀ, ਕੀ ਵੇਖਣਾ? ਫਿਲਮਾਂ, ਡਰਾਮੇ, ਇਹੋ ਜਿਹੀਆਂ ਇੰਜ ਦੀਆਂ ਚੀਜ਼ਾਂ ਵੇਖੀ ਦੀਆਂ ਨੇ। ਹਾਂਜੀ, ਇਹ 'ਚੋਂ ਕਤਲ ਕਰਨ ਦਾ ਦੱਸ। ਹਾਂਜੀ ਜੀ, ਉਹ ਨਾ ਆਪਣਾ ਮੈਂ ਉਹਨੂੰ ਵਿੱਚ ਨਹੀਂ ਪਾਇਆ, ਟੋਏ ਦੇ ਵਿੱਚ ਮੈਨੂੰ ਕੋਈ ਕਿਸੇ ਨੇ ਵੇਖਿਆ, ਮੈਂ ਵਿੱਚ ਨਹੀਂ ਸੱਟਿਆ। ਜੇ ਅਸੀਂ ਇਹਨੂੰ 6 ਮਹੀਨੇ ਪਿੱਛੋਂ ਬਾਹਰ ਕੱਢਾਂਗੇ ਜਾਂ ਪਤਾ ਚੱਲੇਗਾ, ਅਗਰ ਮੇਰੇ ਤੇ ਪਤਾ ਚੱਲ ਹੀ ਜਾਂਦਾ ਹੈ ਸੀ ਜਦੋਂ ਤੂੰ ਕਤਲ ਕਰਕੇ ਉਹਦੀ ਲਾਸ਼ ਜੀ। ਇਸ ਗੱਲ ਦਾ ਇਹ ਟਾਈਮ ਹੈਗਾ ਸੀ 3 ਦਾ ਟਾਈਮ ਆਇਆ ਸੀ ਦੁਪਹਿਰ ਦਾ। ਹਾਂਜੀ, ਤੇ ਕੋਈ ਨਹੀਂ ਸੀ ਤੁਹਾਡੇ ਇਲਾਵਾ? ਨਹੀਂ ਜੀ, ਕੋਈ ਜੀ ਨਹੀਂ ਸੀ। ਕਤਲ ਕਰਨ ਦਾ ਇਹ ਟਾਈਮ ਸੀ ਜਿਸ ਵੇਲੇ ਮੈਂ ਟੋਇਆ ਕੱਢ ਲਿਆ ਸੀ, ਉਦੋਂ ਸ਼ਾਮ ਹੋ ਗਈ ਸੀ। ਕੀ ਟਾਈਮ ਹੋ ਗਿਆ ਸੀ? ਤਕਰੀਬਨ 5, 5:30 ਦਾ ਟਾਈਮ ਹੋ ਗਿਆ ਸੀ। ਫੋਨ ਨਹੀਂ ਆ ਰਹੇ ਸੀ ਉਸ ਦੌਰਾਨ ਉਹਨੂੰ ਕੋਈ ਮੋਬਾਈਲ ਤੇ? ਨਹੀਂ ਜੀ, ਕੋਈ ਫੋਨ ਨਹੀਂ ਸੀ ਆ ਰਿਹਾ, ਕੋਈ ਫੋਨ ਨਹੀਂ ਸੀ ਆ ਰਿਹਾ। ਠੀਕ ਹੈ ਜੀ। ਤੂੰ ਵੀ ਕਿਸੇ ਨੂੰ ਫੋਨ ਨਹੀਂ ਕੀਤਾ? ਨਹੀਂ ਜੀ, ਕਤਲ ਹੋ ਗਿਆ। ਮੈਂ ਡੇਰੇ ਤੇ ਆਣ ਕੇ ਉਹਦੇ ਬਾਈ ਨੂੰ ਫੋਨ ਕੀਤਾ, ਉੱਥੋਂ ਡੇਰੇ ਤੇ ਆ ਗਿਆ। ਲਾਸ਼ ਕਿੱਥੇ ਪਈ ਸੀ? ਉੱਥੇ ਉਹ ਜਿਹੜਾ ਟੋਇਆ ਹੈ ਨਾ, ਜਿਸ ਮੈਂ ਵਿੱਚ ਨਹੀਂ ਪਾਇਆ, ਖਿੱਚ ਕੇ ਥੋੜਾ ਜਿਹਾ ਨਾ ਸਾਈਡ ਤੇ ਕਰ ਦਿੱਤੀ। ਠੀਕ ਹੈ ਜੀ, ਡੇਰੇ ਤੇ ਆ ਗਿਆ। ਡੇਰੇ ਤੇ ਆਣ ਕੇ ਆਪਣਾ ਨਾ ਇਹਦਾ ਜਿਹੜਾ ਵਾਲਦ ਸਾਹਿਬ ਸਨ ਉਹ ਕਹਿੰਦੇ ਸਨ ਵੀ ਕੀ ਹੋ ਰਿਹਾ ਉੱਥੇ, ਹੁਣ ਕੀ ਕਰ ਰਹੇ ਨੇ, ਉਹ ਕਰ ਰਿਹਾ। ਮੈਂ ਕੌਣ ਕਹਿ ਰਿਹਾ? ਉਹਦਾ ਵਾਲਦ ਸਾਹਿਬ ਕਹਿ ਰਿਹਾ। ਫੋਨ ਆਇਆ? ਨਹੀਂ, ਮੈਂ ਉਹ ਡੇਰੇ ਤੇ ਆ ਗਿਆ ਨਾ। ਅੱਛਾ, ਉੱਥੇ ਮਿਲਿਆ ਛੱਡ ਕੇ? ਹਾਂਜੀ, ਡੇਰੇ ਤੇ ਆ ਗਿਆ, ਆਪਣੇ ਡੇਰੇ ਤੇ ਆ ਗਿਆ। ਉੱਥੇ ਅਸ਼ਰਫ ਸਾਹਿਬ ਤਨ ਉਹਨੇ ਗੱਲ ਕੀਤੀ ਹੈ ਵੀ ਇਹ ਹੁਣ ਉੱਥੇ ਕਿੰਨਾ ਕੁ ਪਾਣੀ ਲੈ ਗਿਆ। ਮੈਂ ਬਾਬਾ ਜੀ ਪਟਾ ਨਹੀਂ ਖਲੋਂਦਾ ਪਿਆ, ਠੀਕ ਹੈ, ਜਰਾ ਬੋਰ ਦਾ। ਤੇ ਉਹ ਆਂਦਾ ਸੀ ਮੈਂ ਤੂੰ ਚੱਲ, ਮੈਂ ਬੰਦ ਕਰਕੇ ਆ ਜਾਣਾ। ਠੀਕ ਹੈ, ਇਹ ਗੱਲ ਮੈਂ ਅਸ਼ਰਫ ਸਾਹਿਬ ਨਾਲ ਕੀਤੀ ਹੈ। ਠੀਕ ਹੈ, ਮੈਂ ਡੰਗਰ ਚੋਏ ਨੇ, ਅਸ਼ਰਫ ਸਾਹਿਬ ਨੇ ਇਹ ਗੱਲ ਕੀਤੀ, ਅਸ਼ਰਫ ਸਾਹਿਬ ਨੂੰ ਦੁੱਧ ਚੋਕ ਦਿੱਤਾ, ਨਾਲ ਟੰਗਣ ਲੱਗਾ ਮੋਟਰਸਾਈਕਲ ਦੇ। ਅਸ਼ਰਫ ਸਾਹਿਬ ਨੇ ਇਹ ਗੱਲ ਕੀਤੀ ਹੈ ਵੀ ਮੈਂ ਅਜੇ ਤੱਕ ਕਰਾਇਆ ਨਹੀਂ, ਮੈਨੂੰ ਵੇਖ ਨਾ ਜਾ ਕੇ। ਉੱਥੇ ਮੈਂ ਸੋਚਦਾ ਰਿਹਾ ਵੀ ਕਦੀ ਜਾ ਕੇ ਮੈਂ ਦੁਬਾਰਾ ਫਿਰ ਪਾਵਾਂ। ਫਿਰ ਹਨੇਰਾ ਹੋ ਗਿਆ ਸੀ ਜੀ, ਡਰ ਤੋਂ ਨਹੀਂ ਗਿਆ। ਠੀਕ ਹੈ, ਮੈਨੂੰ ਡਰ ਲੱਗਦਾ ਸੀ, ਫਿਰ ਨਹੀਂ ਗਿਆ। ਸਿਰਫ ਬੇਟਾ ਬਹਾਦਰ ਵੀ ਸੀਗੇ ਉਹ, ਲੇਕਿਨ ਉਹ ਮਜ਼ਾਮਤ ਵੀ ਕਰ ਸਕਦਾ ਸੀ, ਫੜ ਸਕਦਾ ਤੇ ਫਿਰ ਉਹ ਮਾਰ ਨਹੀਂ ਚਕਾਉਂਦਾ ਇਹਦੇ ਰੰਗੇ। ਇੱਕ ਹੋਰ 2 ਵੀ ਹੁੰਦੇ ਤੇ ਨਹੀਂ ਸਿਖਾਉਂਦਾ। ਉਹ ਕਿਤੇ ਸਿਗਰਟ ਪੀ ਰਿਹਾ, ਕਿਉਂਕਿ ਇਹਨੇ ਪਿੱਛੋਂ ਮਾਰਿਆ ਹੋਏਗਾ। ਮੈਂ ਦੇਖਿਆ ਉੱਥੇ ਸਿਗਰਟ ਵੀ ਪਈ ਸੀ ਬਾਰ ਵਕਤ, ਉੱਥੇ ਨੇ ਪਿੱਛੋਂ ਕਈ ਮਾਰੀ। ਕਈ ਪਹਿਲੀ ਹੁਣ ਕਾਰੀ ਲੱਗੀ ਐਸਾ, ਉਸ ਤੋਂ ਬਾਅਦ ਉਹਨੂੰ ਹੋਸ਼ ਤੋਂ ਹਵਾਸ ਨਹੀਂ ਰਿਹਾ। ਉਸ ਦਿਨ ਵਕੂ ਆਇਆ, ਉਹਨੂੰ ਮੈਂ ਰੋਟੀ ਦੇ ਕੇ ਭੇਜਿਆ। ਮੈਂ ਕੁਦਰਤੀ ਕਿਵੇਂ ਦੇ ਹੋ ਜੀ ਕੁਝ ਹੁੰਦਾ। ਉਦੋਂ ਮੇਰੇ ਅਜ਼ੀਜ਼ ਜ਼ਾਹਿਰੀ ਗੱਲ ਹੈ, ਉਹਨਾਂ ਨੂੰ ਨਾਲ ਲਿਆ, ਬੇਟਾ ਮੇਰਾ ਆਇਆ। ਮੈਂ ਕਿਹਾ ਚੱਲ ਅਸੀਂ ਪੇਰਾ ਮਾਰਨ ਚੱਲਦੇ ਹਾਂ। ਕਿ ਕਿੰਨਾ ਕੁ ਪਿਆ ਲੈਣਾ, ਕੀ ਕਰਦੇ ਨੇ ਇਹਨੇ, ਸਵੇਰੇ ਡਿਊਟੀ ਟੁਰ ਜਾਣਾ। ਤੇ ਮੈਂ ਕਿਹਾ ਵੀ ਥੋੜੀ ਜਿਹੀ ਪਿਆ ਕੇ ਆ ਜਾਂਦੇ ਨੇ ਇਹ ਸਾਰਾ। ਉੱਥੇ ਗਿਆ ਤੇ ਉੱਥੇ ਉੱਚੀ ਜਿਹੀ ਆਵਾਜ਼ ਆਉਂਦੀ ਪਈ, ਢੋਲਾ ਪਿਆ, ਸਾਡੇ ਜਾਂਦਿਆਂ ਨੂੰ ਕਤਲ ਹੋਇਆ। ਮਤਲਬ ਤੁਸੀਂ ਜਦੋਂ ਪਹੁੰਚੇ ਉਦੋਂ ਕਤਲ ਕਰ ਹੀ ਰਿਹਾ ਸੀ? ਕਰ ਰਿਹਾ ਸੀ। ਅੱਛਾ, ਫਿਰ ਕਈਆਂ ਦੇ ਨਾਲ ਮਾਰ ਰਿਹਾ? ਕਈਆਂ ਮਾਰ। ਅੱਛਾ, ਉਸ ਤੋਂ ਬਾਅਦ ਮੇਰੇ ਤਾਂ ਸ਼ੋਅ ਆ ਸੀ, ਗੁੰਮ ਹੋ ਗਿਆ। ਫਿਰ ਜਿਵੇਂ ਪਤਾ ਲੱਗਾ ਥਾਣੇ ਤੋਂ ਆ ਗਈ, ਲੋਕ ਸਾਰੇ ਇਕੱਠੇ ਹੋ ਗਏ। ਭੱਜ ਗਿਆ ਤੁਹਾਨੂੰ ਵੇਖ ਕੇ ਮੁਲਜ਼ਮ ਫੌਰੀ? ਉਹਦੇ ਭਾਈ ਨੂੰ ਫੋਨ ਕੀਤਾ, ਉਹਦਾ ਅਸ਼ਰਫ ਸਾਹਿਬ ਉਧਰ ਨੂੰ ਚਲੇ ਗਏ। ਤਕਰੀਬਨ 7 ਦਾ ਟਾਈਮ ਹੈਗਾ ਸੀ। ਅੱਛਾ, ਠੀਕ ਹੈ। ਤੇ ਅਸ਼ਰਫ ਸਾਹਿਬ ਕਿੱਥੇ ਗਏ ਨੇ? ਹਾਂਜੀ, ਅਸ਼ਰਫ ਸਾਹਿਬ ਕਿੱਥੇ ਗਏ? ਅਸ਼ਰਫ ਸਾਹਿਬ ਉੱਥੋਂ ਹੋ ਕੇ ਡੇਰੇ ਤੇ ਆ ਗਏ ਸਨ, ਉੱਥੋਂ ਉਹਨੂੰ ਨਹੀਂ ਦਿਸਿਆ। ਉੱਥੋਂ ਗਏ ਨੇ। ਠੀਕ ਹੈ ਜੀ, ਉੱਥੇ ਗਏ ਨੇ ਆਪਣਾ ਬੋਰਡ ਤੇ, ਉੱਥੇ ਵੇਖਿਆ ਟਰੈਕਟਰ ਖੜਾ ਤੇ ਉਹ ਨਹੀਂ ਹੈਗਾ।
ਉਹਨੂੰ ਇਹ ਸੀ ਕਿ ਇਹਨਾਂ ਦੇ ਬੇਲੀ ਨੇ ਹਟਾਣੇ ਦੇ ਉਹਨਾਂ ਨਾਲ ਚਲਾ ਗਿਆ। ਅੱਛਾ, ਲਾਸ਼ ਨਹੀਂ ਉਹਨਾਂ ਨੂੰ ਨਜ਼ਰ ਆਈ? ਉਹਨੂੰ ਨਹੀਂ ਨਜ਼ਰ ਆਈ। ਕਿਉਂ ਲੁਕਾਈ ਸੀ ਤੂੰ? ਹਾਂਜੀ, ਲੁਕਾਈ ਸੀ। ਉੱਥੋਂ ਰਾਹ ਤੋਂ ਵਾਹਵਾ ਕਾਫੀ ਦੇਰ ਸਾਈਡ ਤੇ ਸੀ ਨਾ, ਹਨੇਰਾ ਹੋ ਗਿਆ ਸੀ। ਅਸ਼ਰਫ ਸਾਹਿਬ ਨੂੰ ਨਹੀਂ ਪਤਾ ਲੱਗਾ, ਬਜ਼ੁਰਗ ਸਨ ਜਿਹਨੂੰ ਨਹੀਂ ਪਤਾ ਚੱਲਿਆ। ਠੀਕ ਹੈ। ਮੈਂ ਸ਼ੇਰ ਹਸਨ ਨੂੰ ਫੋਨ ਕੀਤਾ। ਸ਼ੇਰ ਹਸਨ ਮੈਂ ਇਹ ਗੱਲ ਕੀਤੀ ਹੈ, ਉਦੋਂ ਬਾਬਾ ਜੀ ਡੇਰੇ ਤੇ ਆ ਗਏ, ਮੈਨੂੰ ਆਵਾਜ਼ਾਂ ਮਾਰਦੇ ਸਨ। ਠੀਕ ਹੈ, ਮੈਂ ਜੀ ਸਾਈਡ ਤੇ ਹੀ ਸਾਂ। ਠੀਕ ਹੈ ਜੀ, ਮੈਂ ਸ਼ੇਰ ਹਸਨ ਨੂੰ ਫੋਨ ਕੀਤਾ। ਮੈਂ ਆਪਣੇ ਵਾਲਦ ਸਾਹਿਬ ਨੂੰ ਪੁੱਛਿਆ ਵੀ ਕੋਈ ਗੱਲ ਤੇ ਨਹੀਂ ਕੋਈ ਐਸੀ ਹੈਗੀ ਉਹਦੇ ਕੋਲ? ਉਹਨੇ ਕਿਹਾ ਕੋਈ ਖੈਰ ਹੈ। ਮੈਂ ਕਿਹਾ ਜੀ ਉਹਨੂੰ ਪੁੱਛੋ ਇੱਕ ਵਾਰੀ। ਠੀਕ, ਉਹਨੇ ਫੋਨ ਕੀਤਾ। ਉਹਨੇ ਕਿਹਾ ਮੇਰੇ ਕੋਲ ਕੋਈ ਗੱਲ ਨਹੀਂ ਹੈਗੀ। ਅਸ਼ਰ ਸਾਹਿਬ ਨੇ ਕਿਹਾ ਜੇ ਤੇਰੇ ਕੋਲ ਗੱਲ ਹੈਗੀ ਦੱਸ। ਉਹਨਾਂ ਨੇ ਕੋਈ ਗੱਲ ਨਹੀਂ। ਫਿਰ ਮੈਂ ਉਹਨੂੰ ਫੋਨ ਕੀਤਾ। ਮੈਂ ਹਾਂ ਕੀ ਆਂਦਾ? ਉਹਨਾਂ ਨੇ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਹੈਗੀ। ਠੀਕ ਹੈ ਜੀ, ਮੈਂ ਉਹਨੂੰ ਇਹ ਗੱਲ ਕੀਤੀ, ਮੈਂ ਜਿਹੜੀਆਂ ਤੈਨੂੰ ਗੱਲਾਂ ਦੱਸਦਾ ਰਿਹਾ ਨਾ, ਹਰ ਗੱਲ ਦਾ ਤੈਨੂੰ ਪਤਾ ਹੈ। ਉਹ ਰਜ਼ਾ ਜਿਹੜਾ ਨਾ ਮੇਰੇ ਨਾਲ ਉਸੇ ਗੱਲ ਤੋਂ ਅਸੀਂ ਲੜੇ ਹਾਂ, ਹੱਥੋਂ ਬੱਖੀ ਹੋਏ ਹਾਂ ਜੀ। ਉਹਨੂੰ ਮੈਂ ਉੱਥੇ ਕਤਲ ਕਰ ਦਿੱਤਾ। ਅੱਛਾ, ਉਹਦੇ ਭਰਾ ਨੂੰ ਫੋਨ ਕਰਕੇ? ਉਹਦੇ ਭਰਾ ਨੂੰ ਫੋਨ ਆਇਆ। ਉਹ ਜੀ ਪਹਿਲਾਂ ਤਾਂ ਯਕੀਨ ਹੀ ਨਹੀਂ ਸੀ ਕਰਦਾ ਕਿ ਇਹ ਮੰਨਦਾ ਸੀ ਤੂੰ ਮਜ਼ਾਕ ਲੱਗਾ, ਝੂਠ ਦਿਆਂ ਬੋਲਣ, ਸਹੀ ਦੱਸ। ਮੈਂ ਉਹਨੂੰ ਸਿੱਧੀ ਗੱਲ ਕੀਤੀ। ਮੈਂ ਕਿਹਾ ਵੀ ਇਹੋ ਕੰਮ ਹੀ ਹੈ। ਠੀਕ ਹੈ, ਉਹ ਜੀ ਕਤਲ ਹੋ ਗਿਆ। ਉਹਨੇ ਕਿਹਾ ਜੀ ਤੂੰ ਵੀ ਮਰ ਗਿਆ, ਮੈਂ ਵੀ ਮਰ ਗਿਆ। ਉਸ ਤੋਂ ਬਾਅਦ ਮੈਂ ਜੀ ਪੁਲਿਸ ਵਾਲੀ ਮੈਂ ਸਿੱਧੀ ਗੱਲ ਦੱਸਾਂਗਾ ਜਿਹੜੀ ਹੈਗੀ ਹੈ, ਮੈਂ ਕੋਈ ਗੱਲ ਲੁਕਾਈ ਨਹੀਂ ਹੈਗੀ ਜੀ। ਹਾਂ, ਠੀਕ ਹੈ ਜੀ, ਦੱਸ। ਠੀਕ ਹੈ ਜੀ। ਉਸ ਤੋਂ ਬਾਅਦ ਭਰਪੂਰ ਮੌਕਾ ਦੇ ਰਹੇ ਹਾਂ। ਹਾਂਜੀ ਹਾਂਜੀ ਜੀ, ਮੈਂ ਉਹਦੇ ਨਾ ਉਸ ਤਰ੍ਹਾਂ ਉਹਨੇ ਆਪਣੇ ਭਾਈ ਆਪਣੇ ਬੁਣ ਫੋਨ ਕੀਤਾ, ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਜੀ, ਉਹ ਉੱਥੇ ਮਤਲਬ ਕਤਲ ਹੋ ਗਿਆ, ਲੜੇ ਨੇ, ਤੁਸੀਂ ਇਵੇਂ ਲੱਗੇ ਫਿਰਦੇ ਹੋ। ਉਸ ਤੋਂ ਬਾਅਦ ਮੇਰਾ ਭਾਈ ਹੈ ਮਲਾਮਾ ਦੇ ਨਾਲ ਹੁੰਦਾ ਹੈ। ਉਹ ਮੇਰੇ ਭਾਈ ਦਾ ਕੋਲ ਮੋਬਾਈਲ ਨਹੀਂ ਸੀ ਹੈਗਾ। ਠੀਕ, ਉਹ ਨੰਬਰ ਬੰਦ ਸੀ। ਮਲਾਮਾ ਨੂੰ ਉਹਨੇ ਫੋਨ ਕੀਤਾ ਵੀ ਉਹ ਨਾ ਕਾਸ਼ਫ ਨੂੰ ਕਹੋ ਵੀ ਉੱਥੇ ਜਾਓ। ਠੀਕ ਹੈ, ਵੇਖੋ ਜੇ ਉਹ ਬਚਿਆ ਹੈ ਕਿ ਨਹੀਂ। ਠੀਕ ਹੈ, ਉਹ ਵੀ ਗਏ ਨੇ। ਤੇ ਮੇਰਾ ਭਾਈ ਅਬਰਾਰ ਉਹ ਅਸ਼ਰ ਸਾਹਿਬ ਘਰੋਂ ਲੈ ਕੇ ਗਿਆ ਉਹਨੂੰ। ਠੀਕ ਹੈ, ਵੀ ਆਹ ਟਰੈਕਟਰ ਲੈ ਕੇ ਆਣਾ। ਉਦੋਂ ਹਾਲੇ ਉਹਨੂੰ ਪਤਾ ਨਹੀਂ ਸੀ ਚੱਲਿਆ, ਇਸ ਗੱਲ ਦਾ ਮੈਨੂੰ ਨਹੀਂ ਇਲਮ ਹੈਗਾ। ਠੀਕ ਹੈ ਜੀ, ਉਹਨੂੰ ਘਰੋਂ ਲੈ ਕੇ ਗਿਆ, ਉਸ ਗੱਲ ਦਾ ਮੈਨੂੰ ਕੁੜੀ ਦਾ ਨਹੀਂ ਇਲਮ। ਅਸ਼ਰ ਸਾਹਿਬ ਮੇਰੇ ਭਾਈ ਵੱਡੇ ਨੂੰ ਨਾ ਬਰਾਰ ਨੂੰ ਘਰੋਂ ਲੈ ਕੇ ਗਿਆ। ਕੀ ਕਰਨ? ਵੀ ਜਿਹੜਾ ਟਰੈਕਟਰ ਉੱਥੇ ਵੇਖਿਆ ਸੀ ਨਾ, ਮੈਂ ਵੀ ਨਹੀਂ ਸੀ ਨਾ ਦਿਸਣ ਦਿਆ ਹੈਗਾ। ਟਰੈਕਟਰ ਉੱਥੇ ਖੜਾ ਜੀ, ਉਹਨੂੰ ਲੈ ਕੇ ਆਣਾ। ਉਸ ਵੇਲੇ ਉਹਨੂੰ ਹਾਲੇ ਇਸ ਗੱਲ ਦਾ ਇਲਮ ਨਹੀਂ ਸੀ। ਠੀਕ ਹੈ, ਉਹਨੇ ਫੋਨ ਨਹੀਂ ਕੀਤਾ ਸ਼ਬੀਰ ਨੇ? ਸ਼ੇਰ ਹਸਨ ਨੇ ਸ਼ੇਰ ਹਸਨ, ਹਾਂਜੀ, ਉਹਨੇ ਫੋਨ ਨਹੀਂ ਕੀਤਾ ਸੀ ਉਸ ਵੇਲੇ। ਫਿਰ ਉਸ ਵੇਲੇ ਉਹ ਮੇਰਾ ਭਾਈ ਬਰਾਰ ਵੱਡਾ ਉਹ ਅਸ਼ਰ ਸਾਹਿਬ ਦੇ ਨਾਲ ਸਨ। ਅੱਛਾ, ਠੀਕ ਹੈ ਜੀ, ਉੱਥੇ ਗਏ ਨੇ। ਉਹ ਜਿਸ ਵੇਲੇ ਉਹਨੂੰ ਫੋਨ ਆਇਆ ਵੀ ਉਹਦੇ ਮੋਬਾਈਲ ਅਸ਼ਰ ਸਾਹਿਬ ਦਾ ਬੰਦ ਹੋ ਗਿਆ। ਸ਼ੇਰ ਹਸਨ ਨੇ ਜੋ ਫੋਨ ਕੀਤਾ, ਠੀਕ ਹੈ ਜੀ, ਉਹਦਾ ਮੋਬਾਈਲ ਬੰਦ ਹੋ ਗਿਆ। ਮੇਰੇ ਭਾਈ ਨੇ ਮੈਨੂੰ ਗੱਲਾਂ ਦੱਸੀਆਂ ਨੇ। ਠੀਕ ਹੈ, ਫਿਰ ਆਂਦਾ ਵੀ ਮੈਂ ਉਹਨੂੰ ਆਖਿਆ ਵੀ ਤੂੰ ਮੇਰੀ ਬੈਟਰੀ ਉਸ ਦਿਨ ਪਾਕਿਸਤਾਨ 'ਚ ਬੱਤੀ ਨਹੀਂ ਸੀ ਹੈਗੀ। ਉਹਨੇ ਇਹ ਗੱਲ ਕੀਤੀ ਵੀ ਆਪਣੀ ਮੇਰੀ ਬੈਟਰੀ ਪਾ ਲਾ। ਠੀਕ ਹੈ, ਤੇ ਪਤਾ ਤਾਂ ਕਰ ਗੱਲ ਕੀ। ਠੀਕ ਹੈ, ਫੋਨ ਤੇ ਸੁਣ, ਉਹਨੇ ਬੈਟਰੀ ਮੇਰੇ ਭਾਈ ਨੇ ਦਿੱਤੀ ਅਸ਼ਰ ਸਾਹਿਬ ਨੂੰ। ਅਸ਼ਰ ਸਾਹਿਬ ਨੇ ਫਿਰ ਗੱਲ ਕੀਤੀ ਉਹਦੇ ਨਾਲ, ਇਹ ਗੱਲ ਉਹ ਜੀ ਮੇਰਾ ਭਾਈ ਉੱਥੇ ਚਲਾ ਗਿਆ। ਉੱਥੇ ਅਸ਼ਰ ਸਾਹਿਬ ਨੇ ਆਇਆ ਵੀ ਤੁਸੀਂ ਸਾਈਡ ਤੇ ਹੋਇਓ। ਮੇਰੇ ਭਾਈਆਂ ਨੂੰ ਕਿਹਾ ਮੈਂ ਬੇਗੁਨਾਹ ਬੰਦਾ ਨਹੀਂ ਫੜਾਉਣਾ, ਜਿਹੜਾ ਗੁਨਾਹਵਾਰ ਹੈ ਨਾ ਮੈਂ ਉਹੀ ਫੜਾਉਣਾ। ਠੀਕ ਹੈ ਜੀ, ਮੇਰੇ ਭਾਈਆਂ ਨੇ ਮੇਰੇ ਨਾਲ ਗੱਲ ਕੀਤੀ ਜੀ ਇਸ ਵੇਲੇ। ਅੱਛਾ, ਉਹ ਪੁਲਿਸ ਦੀ ਜਿਸ ਵੇਲੇ ਗੱਡੀ ਮੈਂ ਡੇਰੇ ਤੇ ਸਾਂ ਉਸ ਵੇਲੇ ਜੰਗਲ ਨੂੰ ਲੰਘ ਗਈ ਹੈ ਨਾ, ਮੈਂ ਜੀ ਪੁਲਿਸ ਦੀ ਗੱਡੀ ਨੂੰ ਵੇਖ ਕੇ ਜਿਹੜਾ ਡਰ ਗਿਆ, ਮੈਂ ਉਹ ਰਜ਼ਾਈ ਫੜੀ ਤੇ ਮੈਂ ਵੀ ਜੰਗਲ ਤੇ ਚਲਾ ਗਿਆ। अच्छा, ठीक है, जंगल चला गया। मैं रात एक जंगल ਦੇ ਵਿੱਚ ਰਿਹਾ। जब उससे सवाल किया कि तुमने गड़ा बना लिया, उसे कत्ल कर दिया, उसके बाद उसमें तदफीन करनी थी, तो कहता है मेरे ज़हन में ख्यालात आने लग गए और बार बार मकतूल के भाई शेर हसन का नाम लेता है और कहता है कि मैं हवेली चला गया, वहाँ पे जाके इसने दूध निकाला है, जो भी जानवरों से लिया है दूध लेने के बाद उसके वालिद से भी मिला और वालिद को कहा कि वो ज़रा मोटर बंद करके या पानी बंद करके आ रहा है। तो कहता है इस दौरान क्या हुआ है कि वो उधर को गए हैं और उन्हें अपने बच्चे नज़र नहीं आया। तो कहता है फिर आ गया है। फिर कहता है मैंने उसी टाइम फिर फ़ोन कर दिया उसके बाद इसके भाई को, शेर हसन को, कि ये पूछो अपने वालिद से कि कुछ हुआ है। कहता फिर मैंने उससे बताया कि मैंने ये कत्ल की वारदात कर दी है और उसके बाद ये जंगल में चला गया है। ये हकाइक है इस बात में? इसमें हकीकत है, उसने जो मकतूल था उसके भाई को कॉल की थी। अच्छा, कि मैंने आपके भाई को, इसको शक हुई रहा था कि इसके वाले साहब को पता लग गया है। अच्छा, अब वो इसका भाई और इसका अपना मकतूल का वालिद, मुलजम का भाई और मकतूल का वालिद, हाँ यही बता। ये वो ना दोनों गए थे, भी मेरा बेटा अभी तक इधर नहीं आया, उसे भी कुछ शक गुजरा था, तो इसने फौरी उसके भाई को बता दिया था। अच्छा, हाँ,
बता दिया था। कहता है मैं पहले भी 2016-17 में भी उसके भाई से फोन पे बताता रहा या मिल के बताता रहा कि वो कोशिश करता है जो मकतूल है इसके साथ कोई गलत काम की, इस तरह के हकाइक है इसमें? नहीं, इसमें कोई हकीकत नहीं है। अच्छा, ये कहानी गाइड ली है इसने गाइडलाइन ली है कि ये बहुत शातिर आदमी है, शातिर आदमी है। इसने गाइडलाइन ली है, ये बिला वजह इल्जाम तराशी कर रहा है, ये मैं इस कत्ल से निकल जाऊंगा किसी, ये बयान दे के, ये बयान दे के बचने की कोशिश कर रहा है। और इसमें मजीद भी वो बातें करता है और भी स्टोरियां सुनाता है कि जब ये कत्ल की वारदात करने के बाद ये जंगल में फरार हो गया था, फिर इसने दोबारा फ़ोन किया है उनको कि मैं आ जाऊँ आपके घर आ जाऊँ, तो उन्होंने कहा यहाँ पे ना आओ, आप थाने चले जाओ, यहाँ पर 2 दिन बाद चले जाना। ऐसे भी कोई तफ्तीश में बात सामने आई है? ये नहीं, ऐसे बात है कि इसने उसके भाई को कॉल की है, वो धमकियाँ दी हैं इसने, मेरे से सुलह कर लो वरना आपको भी मार दूंगा। खानदानी बंदे आ, ठीक है। ਇਹ ਜਿਹੜੀ ਗੱਲ ਮੈਂ ਕਰਨ ਲੱਗਾ ਵਾ ਨਾ, ਸ਼ੇਰ ਹਸਨ ਨੂੰ ਸਾਹਮਣੇ ਬੁਲਾ ਕੇ, ਠੀਕ ਹੈ, ਮੇਰੇ ਸਾਹਮਣੇ ਬੁਲਾ ਕੇ, ਠੀਕ ਹੈ, ਉਹ ਜੀ ਇਹ ਗੱਲ ਕਰਾਉਣ ਤੇ ਹੱਥ ਰੱਖ ਕੇ ਗੱਲ ਕਹਿ ਦੇਵੇ ਕਿ ਇਹ ਸਾਰੀਆਂ ਗੱਲਾਂ ਝੂਠ ਬੋਲਦਾ, ਠੀਕ ਹੈ। ਜੋ ਮੈਨੂੰ ਆਖਣਗੇ ਨੇ ਵੀ ਇਹਨੇ ਇੰਜ ਕੀਤਾ ਸੀ, ਮੈਂ ਆਖਾਂਗਾ ਜੀ ਠੀਕ ਹੈ, ਮੈਂ ਇੰਜ ਕੀਤਾ ਸੀ। ਫਿਰ ਹਜ਼ਰਤ ਅਲੀ ਦਾ ਫਰਮਾਨ ਹੈ ਕਿ ਜਿਹੜਾ ਕਿਸੇ ਨਾਲ ਨੇਕੀ ਕਰੇ ਤਾਂ ਉਹਦੇ ਸ਼ਰ ਤੋਂ ਬਚੋ। ਇਹ ਸਾਡੇ ਨਾਲ ਜ਼ੁਲਮ ਕੀਤਾ ਉਹਨੇ ਤੇ ਦੁੱਖ ਬੜਾਇਆ। ਤੁਹਾਡੇ ਹੈ ਕੋਈ ਹੋਰ ਕਰਦਾ ਮੈਨੂੰ ਦੁੱਖ ਨਹੀਂ ਸੀ, ਪੁੱਤਰ ਤਰ੍ਹਾਂ ਪਾਲਿਆ ਇਹਨੂੰ ਤੇ ਜ਼ੁਲਮ ਕੀਤਾ। ਬੜਾ ਵੱਡਾ ਜ਼ੁਲਮ ਕਰਦਾ। ਤੂੰ ਸਟੋਰੀ ਸੁਣਾਣੀ ਸ਼ੁਰੂ ਕੀਤੀ 2016 ਤੋਂ ਪਹਿਲੀ ਵਾਰੀ ਉਹਨੇ ਤੇਰੇ ਨਾਲ ਇਹ ਕੋਸ਼ਿਸ਼ ਕੀਤੀ, ਜਿਹੜਾ ਤੂੰ ਉਹਦੇ ਤੇ ਇਲਜ਼ਾਮ, ਉਹ ਤੇ ਮਕਤੂਲ ਹੈ ਨਾ, ਉਹਦੇ ਕੋ ਪੁੱਛ ਨਹੀਂ ਸਕਦੇ, ਤੇ ਤੂੰ ਇੱਥੇ ਖਲੋਤਾ ਹੈ, ਤੂੰ ਕਤਲ ਕੀਤਾ ਹੋਇਆ, ਕਾਤਲ ਹੈ, ਮੁਲਜ਼ਮ ਹੈ। ਹਾਂਜੀ 2016 ਚ ਇੱਕ ਬੰਦੇ ਨੇ ਇਹੋ ਜੀ ਨੀਅਤ ਰੱਖੀ ਤੇਰੇ ਕੋਲ, ਠੀਕ ਹੈ, ਫਿਰ ਉਹਦੇ ਤੋਂ ਬਾਅਦ ਫਿਰ ਨੀਅਤ ਰੱਖੀ, ਫਿਰ ਤੈਨੂੰ ਐਸੀ ਕਿਹੜੀ ਮਜਬੂਰੀ ਹੈ, ਇੰਨੀ ਕਿਹੜਾ ਮਸਲਾ ਸੀ, ਉੱਥੇ ਹੀ ਤੂੰ ਨੌਕਰੀ ਕਰ ਲਈ ਉਹਦੇ ਮਤਹਿਤ ਹੀ? ਸਰ ਮੈਨੂੰ ਕੋਈ ਮਜਬੂਰੀ ਨਹੀਂ ਸੀ। 1 ਸਾਲ ਪਹਿਲੇ ਨੌਕਰੀ ਕੀਤੀ ਨਾ, 2022 ਚ ਕੀਤੀ ਹੋ ਕਿ 21 ਚ? 1 ਸਾਲ ਪਹਿਲਾਂ ਕੀਤੀ ਹੈ। ਜਿਹੜੀ ਪਿਛਲੀ ਨਿੱਕੀ ਈਦ ਸੀ ਨਾ, ਨਿੱਕੀ ਈਦ ਵਾਲੇ ਦਿਨ ਇਹਨਾਂ ਦਾ ਜਿਹੜਾ ਮੁਲਾਜ਼ਮ ਸੀ ਨਾ 2022 ਚ ਕੀਤੀ, ਹਾਂਜੀ, ਉਹ ਚਲਾ ਗਿਆ ਸੀ, ਛੁੱਟੀ ਚਲਾ ਗਿਆ ਸੀ, ਉਹ ਨਹੀਂ ਸੀ ਆਇਆ। ਨਹੀਂ, ਜਿਸ ਬੰਦੇ ਕੋ ਖਤਰਾ ਹੋਵੇ ਉਹ ਉਹਦੇ ਕੋਈ ਜਾ ਕੇ ਫਿਰ ਮਤਹਿਤ ਉਹਦੇ ਨੌਕਰੀ ਕਰੀਦੀ। ਸ਼ਰਮ, ਮੇਰੀ ਗੱਲ ਸੁਣੋ, ਉਹਦੇ ਭਾਈ ਨੇ ਇਹ ਗੱਲ ਕੀਤੀ ਸੀ ਮੈਂ ਤੇਰੇ ਨਾਲ, ਮੈਂ ਉਹਨੂੰ ਸਮਝਾਵਾਂਗਾ, ਠੀਕ ਹੈ, ਮੈਂ ਉਹਨੂੰ ਇਹ ਗੱਲ ਕੀਤੀ ਹੈ, ਮੈਂ ਜੇ ਸਮਝਾਵਾਂਗਾ। ਤੇਰਾ ਸ਼ੇਰ ਹਸਨ ਐਡਾ ਭਰਾ ਹੈ, ਜਾਂ ਤੂੰ ਦੱਸਿਆ ਬਾਅਦ ਚ ਵੀ ਉਹਨੂੰ ਦੱਸਦਾ ਰਿਹਾ, ਸ਼ੇਰ ਹਸਨ ਤੇ ਇਹਨੂੰ ਆਮਨੇ ਸਾਹਮਣੇ ਬਹਾ ਕੇ ਤੂੰ ਕਦੀ ਗੱਲ ਨਹੀਂ ਕੀਤੀ? ਜਾਂ ਮਤਲਬ ਸ਼ੇਰ ਹਸਨ ਕਦੀ ਘਰ ਨਹੀਂ ਆਂਦਾ ਵਾਪਸ, ਕਿ ਉੱਥੇ ਹੀ ਰਹਿੰਦਾ? 7-8 ਸਾਲ ਪੁਰਾਣੀ ਦਾਸਤਾਨਾਂ ਸੁਣਾਤੀ ਹੈ ਤੇ ਅਸੀਂ ਸੁਣ ਲਈਆਂ ਤੇਰੀਆਂ। ਮੈਂ ਉਹਦੀ ਰਿਕਾਰਡਿੰਗ ਉਹਦੇ ਭਾਈ ਨੂੰ ਸੁਣਾਈ ਹੈ, ਮੇਰੇ ਕੋਲ ਹੱਥੀ ਪੱਕੀ ਪਏ ਨੇ, ਮੈਂ ਉਹਨਾਂ ਨੂੰ ਛਡਾਇਆ ਹੈ ਇਸ ਗੱਲ ਤੋਂ, ਲੜੇ ਨੇ, ਮੈਨੂੰ ਸ਼ੇਰ ਹਸਨ ਨੇ ਨਾਂ ਰੱਖਿਆ, ਠੀਕ ਹੈ ਜੀ, ਮੈਨੂੰ ਉਹਨੇ ਨਾਲ ਨਹੀਂ ਰੱਖਿਆ, ਠੀਕ ਹੈ, ਉਹਨੇ ਕਿਹਾ ਵੀ ਸਾਰਾ ਕੰਮ ਮੇਰਾ ਹੈ। ਸ਼ੇਰ ਹਸਨ ਤੇ ਇੱਥੇ ਹੁੰਦਾ ਹੀ ਨਹੀਂ, ਉਹ ਤੇ ਨੌਕਰੀ ਕਰਦਾ ਜੀ। ਸ਼ੇਰ ਹਸਨ ਨੇ ਇਹ ਗੱਲ ਕੀਤੀ ਵੀ ਸਾਰਾ ਕੰਮ ਮੇਰਾ ਹੈ, ਠੀਕ ਹੈ, ਇਹਦਾ ਕੋਈ ਇਹਦੇ ਚ ਲਿੰਕ ਨਹੀਂ ਗਾ, ਨਾ ਇਹ ਡੇਟ ਤੇ ਆਵੇਗਾ, ਠੀਕ ਹੈ, ਨਾ ਇਹ ਡੇਟ ਤੇ ਜਾਵੇਗਾ, ਨਾ ਜਾਵੇਗਾ, ਤੂੰ ਆਪਣਾ ਕੰਮ ਕਰਨਾ, ਆਪਣੇ ਕੰਮ ਨਾਲ ਕੰਮ ਰੱਖਣਾ। ਤੇ ਸਾਰੀ ਜ਼ਿੰਮੇਵਾਰੀਆਂ ਅਲੀ ਰਜ਼ਾ ਨੂੰ ਦਿੱਤੀਆਂ ਅਸੀਂ ਜੀ, ਕੋਈ ਜ਼ਿੰਮੇਵਾਰੀਆਂ ਨਹੀਂ ਸੀ ਦਿੱਤੀਆਂ ਹੈਗੀਆਂ। ਇਹ ਗੱਲ ਹੁਣ ਕਰ ਰਹੇ ਨੇ, ਠੀਕ ਹੈ, ਇਹ ਝੂਠ ਬੋਲ ਰਹੇ, ਜੋ ਕਰਦਾ ਸੀ ਸ਼ੇਰ ਹਸਨ ਕਰਦਾ ਸੀ। ਅੱਛਾ, ਤੂੰ ਸੱਚਾ ਹੈ, ਤੂੰ ਕਾਤਲ ਵੀ ਹੈ, ਸੱਚਾ ਵੀ ਹੈ? ਸਰ ਮੈਂ ਜਿਹੜੀ ਮੇਰੀ ਗੱਲ ਜੋ ਮੈਂ ਕੀਤੀ ਹੈ ਨਾ, ਮੇਰੇ ਕੋਲ ਸਰ ਇਹ ਗੱਲ ਹੈ, ਠੀਕ ਹੈ, ਮੈਂ ਸਿਰਫ ਛੋਟੀ ਜੀ ਇਹ ਗੱਲ ਕਰਾਂਗਾ, ਜਿਹੜੀ ਮੈਂ ਗੱਲ ਕੀਤੀ ਹੈ ਨਾ, ਠੀਕ ਹੈ, ਖਾਨਦਾਨੀ ਬੰਦੇ ਆ, ਠੀਕ ਹੈ। ਇਹ ਜਿਹੜੀ ਗੱਲ ਮੈਂ ਕਰਨ ਲੱਗਾ ਵਾ ਨਾ, ਸ਼ੇਰ ਹਸਨ ਨੂੰ ਸਾਹਮਣੇ ਬੁਲਾ ਕੇ, ਠੀਕ ਹੈ, ਮੇਰੇ ਸਾਹਮਣੇ ਬੁਲਾ ਕੇ, ਠੀਕ ਹੈ, ਉਹ ਜੀ ਇਹ ਗੱਲ ਕਰਾਉਣ ਤੇ ਹੱਥ ਰੱਖ ਕੇ ਗੱਲ ਕਹਿ ਦੇਵੇ ਕਿ ਇਹ ਸਾਰੀਆਂ ਗੱਲਾਂ ਝੂਠ ਬੋਲਦਾ, ਠੀਕ ਹੈ। ਜੋ ਮੈਨੂੰ ਆਖਣਗੇ ਨੇ ਵੀ ਇਹਨੇ ਇੰਜ ਕੀਤਾ ਸੀ, ਮੈਂ ਆਖਾਂਗਾ ਜੀ ਠੀਕ ਹੈ, ਮੈਂ ਇੰਜ ਕੀਤਾ। ਡਰਾਮੇ ਵੇਖਣਾ, ਫਿਲਮਾਂ ਵੇਖਣਾ? ਹਾਂਜੀ ਵੇਖਣਾ ਜੀ। ਅੱਛਾ, ਕਤਲੋ ਗਾਰਤ ਵਾਲੀਆਂ ਸ਼ੈਵਾਂ ਵੀ ਵੇਖਣਾ? ਹਾਂਜੀ, ਅਕਸਰ ਵੇਖੀ ਦੀਆਂ ਜੀ। ਵੇਖੀ ਦੀਆਂ? ਹਾਂਜੀ, ਖਬਰਾਂ ਤੇ ਵੇਖੀ ਦੀਆਂ ਜੀ, ਐ ਨਹੀਂ ਖਬਰਾਂ ਵੇਖਦਾ, ਸਭ ਕੁਝ ਵੇਖਣਾ, ਡਰਾਮੇ ਵੀ ਵੇਖਦਾ, ਫਿਲਮਾਂ ਵੀ, ਪਤਾ ਹੈ ਕਿ ਕਤਲ ਹੋਈ ਹੋਵੇ, ਕਹਿੰਦੇ ਉਹਨੂੰ ਪਾਈਦਾ, ਇਹ ਬਹੁਤ ਸਾਰੇ ਮਾਮਲਾ। ਹਾਂਜੀ, ਠੀਕ ਹੈ। ਉਹਦੇ ਤੋਂ ਬਾਅਦ ਪਲੈਨਿੰਗ ਕਰਕੇ ਉਹਦਾ ਕਤਲ ਕੀਤਾ ਹੀ? ਸਰ ਮੈਂ ਕੋਈ ਪਲੈਨਿੰਗ ਨਹੀਂ ਕੀਤੀ, ਠੀਕ ਹੈ। ਪਲੈਨਿੰਗ ਕਰਨੀ ਹੁੰਦੀ ਤੇ ਇਸ ਤੋਂ ਪਹਿਲਾਂ ਆਪਣਾ ਮੇਰੇ ਨਾਲ ਕਈ ਦਫਾ ਉਹ ਕਰ ਚੁੱਕਿਆ ਸੀ, ਠੀਕ ਹੈ। ਅਗਰ ਪਲੈਨਿੰਗ ਕਰਨੀ ਹੁੰਦੀ ਤਾਂ ਅਸੀਂ ਸਾਰੀ ਰਾਤ ਪਾਣੀ ਦੋਵਾਂ ਨੇ ਇਕੱਠਿਆਂ ਨੇ ਲਾਇਆ, ਠੀਕ ਹੈ। ਤੇ ਆਪਣਾ ਜਿੰਨੀ ਸਟੋਰੀ ਸੁਣਾਈ ਉਹਦੇ ਵਿੱਚ ਤੇ ਹਈਏ ਤੱਕ ਉਹਨੇ ਤੇਰੇ ਨਾਲ, ਇੱਕ ਹੁੰਦਾ ਨਾ ਜਿਹੋ ਜਿਹਾ ਤੂੰ ਇਲਜ਼ਾਮ ਉਹਦੇ ਤੇ ਲਾ ਰਿਹਾ, ਤੂੰ ਲੈ ਚਲਾ ਗਿਆ ਦੁਨੀਆ ਤੋਂ, ਉਹਦੇ ਨਾਲ ਅਟੈਂਪਟ ਵੀ ਨਹੀਂ ਕੀਤੀ ਉਹਨੇ ਤੇਰੇ ਨਾਲ, ਸਿਰਫ ਗੱਲਾਂ ਦੀ ਹੱਦ ਤੱਕ ਉਹ ਕਰਦਾ ਰਿਹਾ ਤੇਰੇ ਨਾਲ? ਸਰ ਮੇਰੇ ਨਾਲ ਹੱਥੀ ਪੈਂਦਾ ਰਿਹਾ ਜੀ, ਮੈਂ ਉਹਦੇ ਨਾਲ ਘੁਲਦਾ ਰਿਹਾ ਜੀ, ਮੇਰੇ ਕੱਪੜੇ ਪਾटे ने। शादीशुदा था, उसको क्या ज़रूरत थी मतलब इस तरह का? और मैंने इससे ये भी पूछा है कि अगर
ये मामला था ये कहता है 1 साल पहले मैंने इनकी मुलाजमत शुरू की है, तो 2016 में तो उसकी शादी भी नहीं हुई थी, 17 में इसके बकौल शादी हुई है, उसके बच्चे भी हैं, तो फिर इसने क्यों नौकरी की उसके मातहत? मैंने पूछा है इससे, तो फिर कहता है मैंने तो शेर हसन जो इसका भाई है उसने कहा है कि तूने मेरे साथ ये नौकरी करनी है, इसका कोई लेना देना नहीं है। शेर हसन तो यहाँ पे होता भी नहीं है। वो तो मुलाजिम है, कांस्टेबल है बेचारा, महकमे पुलिस में नौकरी कर रहा है। ये 2 ही भाई थे। 2 ही भाई। ये इल्ज़ाम लगा रहा है बिला वजह, सोची समझी किसी ने पढ़ाया होगा ऐसे भी, ऐसे इल्ज़ाम लगा दो कि इस केस से बच निकलेंगे। क्या ये इल्जामात इस केस से इससे बचा सकते हैं? अपनी तरफ से ये कह रहा है कि मैंने अपनी हिफाजत में ये सारा कदम उठाया है, तो क्या ये चीज़ें इसे बचा सकती हैं इस कत्ल की वारदात से, इसे सजा होने से? ये अकेले ही कातिल है, इसने कहाँ छोड़ना है। तमाम सबूत इसके खिलाफ है, आला कत्ल भी बरामद है, कोई चीज़ ऐसे छोड़, तमाम शहादतें अदालत में देंगे, इंशाल्लाह ये सज़ाए मौत होगा। सजाए मौत होगा, कैफरे किरदार तक आप इसे पहुंचाएंगे बिल्कुल। अक्सर औकात मुद्दई मुकदमा भी जो सुलह सफाई कर लेते हैं, तो उसमें तो फिर कोई गुंजाइश नहीं बचती ऐसे मुल्जमान को कैफरे किरदार तक पहुंचाने के लिए। वो तो मुद्दई की मर्जी है ना, हम उसमें तो नहीं कर सकते। हम तो शहादतें जो इकट्ठी की हैं, आला कत्ल बरामद किया है, इसके जो बयानात हैं उसकी रोशनी में हम इनको सजाए मौत कराएंगे। फिर हज़रत अली दा फरमान है कि जेड़ा किसी ने नेकी करे तो शर तो बचो। ਇਹ ਸਾਡੇ ਨਾਲ ਜ਼ੁਲਮ ਕੀਤਾ ਉਹਨੇ, ਤੇ ਦੁੱਖ ਬੜਾਇਆ ਤੁਹਾਡੇ ਹੈ ਕੋਈ ਹੋਰ ਕਰਦਾ, ਮੈਨੂੰ ਦੁੱਖ ਨਹੀਂ ਸੀ, ਪੁੱਤਰ ਤਰ੍ਹਾਂ ਪਾਲਿਆ ਇਹਨੂੰ ਤੇ ਜ਼ੁਲਮ ਕੀਤਾ, ਬੜਾ ਵੱਡਾ ਜ਼ੁਲਮ ਕਰਦਾ। ਇਹ ਕਦੋਂ ਤੋਂ ਤੁਹਾਡੇ ਨਾਲ ਹੈ ਮੁਲਾਜ਼ਮ? ਇਹ ਸਾਰੇ ਅਸਲ ਤੇ ਹੈ ਕਿ ਇਹਨੂੰ ਦਾੜੀ ਮੁੱਛ ਨਹੀਂ ਸੀ, ਬੱਚਾ ਸੀ ਉਦੋਂ ਸਾਡੇ ਨਾਲ ਮੁਲਾਜ਼ਮ ਨਹੀਂ ਸੀ, ਤੇ ਉਹ ਸਾਡੇ ਨਾਲ ਸੀ, ਇਹਨਾਂ ਦੇ ਮਾਲ ਡੰਗਰ ਪੱਟੇ ਪੁੱਟੇ ਸਾਡੇ ਕੋਲ ਲੈ ਜਾਣਾ ਸੀ, ਕੋਈ ਨੌਕਰ ਵੀ ਰੱਖ ਲੈਣਾ, ਇਹਨੇ ਨਾਲ ਆ ਜਾਣਾ। ਉਹ ਫਿਰ ਜਦੋਂ ਨਾ ਇੱਕ ਮੇਰੇ ਕੋਲ ਬੇਲਦਾਰ ਦਾ ਮੁੰਡਾ ਸੀ ਨੌਕਰ, ਉਹਦਾ ਐਕਸੀਡੈਂਟ ਹੋਇਆ, ਉਹ ਫੌਤ ਹੋ ਗਿਆ ਸੀ, ਟਰਾਲੀ ਵੱਜੀ ਇੱਥੇ ਸਿਰਕਪੁਰੀ। ਸਹੀ। ਉਹ ਫਿਰ ਇਸ ਤੋਂ ਅਸੀਂ ਇਹਨੂੰ ਪੱਕਾ ਰੱਖ ਲਿਆ ਵੀ ਚਲ ਯਾਰ ਤੂੰ ਭਾਈ ਰੱਖ, ਅਸੀਂ ਮੁਲਾਜ਼ਮ ਆ, ਇਹ ਬੱਚਾ ਮੇਰਾ ਮੁਲਾਜ਼ਮ ਸੀ ਜ਼ਰਾਈ ਬੈਂਕ ਵਿੱਚ। ਸਹੀ। ਜ਼ਰਾਈ ਬੈਂਕ ਚ ਮੁਲਾਜ਼ਮਤ ਕਰਦਾ ਸੀ। ਛੋਟਾ ਮੇਰਾ ਬੇਟਾ ਪੁਲਿਸ ਵਿੱਚ। ਕਿੰਨੇ ਬੱਚੇ? 2 ਬੱਚੇ। 2 ਬੱਚੇ। ਇਹ ਵੱਡਾ ਬੇਟਾ ਸੀ? ਇਹ ਵੱਡਾ ਬੇਟਾ ਸੀ। ਇਹਦੇ ਸਿਰ ਤੇ ਸਾਰੀ ਗੇਮ ਸੀ। ਮੇਰਾ ਸਾਰਾ 12-14 ਏਕੜ ਦੀ ਭਾਈ ਟਰੈਕਟਰ ਇਹ ਚਲਾ ਲੈਂਦਾ ਸੀ, ਗੱਡੀ ਇਹ ਚਲਾ ਲੈਂਦਾ, ਸਾਨੂੰ ਵੱਲ ਹੀ ਨਹੀਂ ਸੀ ਆਉਂਦਾ। ਇਹਦੇ ਸਾਰਾ ਹੁਣ ਸਾਡਾ ਸਾਰਾ ਕੁਝ ਉੱਥੇ ਬਹਿ ਗਿਆ, ਡੰਗਰ ਡੁੰਗਰ ਪਿਛਾਂ ਲੈ, ਕੋਈ ਪੱਟੇ ਪਾਉਣ ਵਾਲਾ ਨਹੀਂ ਰਹਿ ਗਿਆ, ਸਹੀ ਵੀ ਖੇਰੂ ਬੇਰੂ ਹੋ ਗਿਆ। ਹਰ ਸ਼ਾਇਦ ਸਾਡੀ ਬੇਸ ਤੋਂ ਇੰਜ ਹੋਇਆ ਕਿਵੇਂ ਇੱਕ ਪਹਾੜੀ ਤੋਂ ਨਾ ਬੰਦਾ ਕੋਈ ਮਿਹਨਤ ਨਾਲ ਕੋਈ ਚੀਜ਼ ਉੱਤੇ ਜਾਂਦਾ ਹੈ ਨਾ, ਉਹ ਤੋਂ ਉਹਨੇ ਕੋਈ ਛੁੱਟ ਜਾਂਦੀ ਤੇ ਸਿਰਫ ਜ਼ੀਰੋ ਤੇ ਆ ਗਿਆ। ਇਸ ਬੰਦੇ ਦੀ ਵਜ੍ਹਾ ਸਾਰਾ ਖਾਨਦਾਨ ਮੁਤਾਸਰ ਹੋਇਆ। ਅੱਗੋਂ ਬੇਵਾ ਇੱਕ ਘਰ, ਬੱਚੇ ਛੋਟੇ ਛੋਟੇ, ਦੁੱਖ ਬੜਾ ਹੋਇਆ। ਦੁੱਖ ਇਹ ਹੋਇਆ ਕਿ ਕੋਈ ਦੁਸ਼ਮਣ ਕਰਦਾ ਜਾਂ ਕਿਸੇ ਨਾਲ ਜ਼ਿਆਦਤੀ ਕੀਤੀ ਹੁੰਦੀ, ਜਾਂ ਅਸੀਂ ਆਦੇ ਵੀ ਜਾਂ ਗਰ ਦਾ ਮਸਲਾ ਜਾਂ ਕੋਈ ਇਹੋ ਜਿਹੇ 100 ਗੱਲਾਂ ਹੁੰਦੀਆਂ, ਸਾਨੂੰ ਦੁੱਖ ਨਹੀਂ ਸੀ, ਲੇਕਿਨ ਇੱਕ ਬੇਗੁਨਾਹ ਨਾਲ ਕੀਤਾ, ਨਾ ਹੱਕ ਕਤਲ ਕਰਤਾ, ਉਹਦਾ ਬੜਾ ਦੁੱਖ ਹੋਇਆ। ਔਰ ਵਜ੍ਹਾ ਕੀ ਸੀ ਅਸਲ 'ਚ ਵੱਡਿਓ? ਵਜ੍ਹਾ ਇਹ ਬੰਦਾ ਰੱਖਣ ਦੀ ਕਿ ਬੰਦਾ ਰੱਖ ਲਿਆ ਮੇਰੀ ਜਗ੍ਹਾ ਤੇ। ਉਹਨੇ 2-3 ਵਾਰੀ ਉਹਨੂੰ ਫੜ ਲਿਆ ਕਿ ਚੋਰੀ ਤੇ ਦਬਾਇਆ ਹੋਣਾ, ਕੋਈ ਖਾਸ ਵਜ੍ਹਾ ਨਹੀਂ ਆ ਕਿ ਆ ਸੀ ਕੋਈ ਵੀ ਨਾ। ਤੈਨੂੰ ਪਤਾ ਹੈ ਨਾ ਜੁਰਮ ਹੈ? ਹਾਂਜੀ ਜੁਰਮ ਹੈ, ਇਹਦੀ ਸਜ਼ਾ ਵੀ ਹੁੰਦੀ ਹੈ। ਹਾਂਜੀ ਪਤਾ ਹੈ? ਹਾਂਜੀ। ਤੈਨੂੰ ਇਹਦੀ ਸਜ਼ਾ ਹੋਣੀ ਚਾਹੀਦੀ ਹੈ। ਹਾਂਜੀ ਸਰ, ਮੇਰੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਜੀ। ਕੀ ਇਨਸਾਫ ਹੋਣਾ ਚਾਹੀਦਾ? ਠੀਕ ਹੈ ਜੀ। ਉਹ ਦੱਸ। ਜਦੋਂ ਮੇਰੇ ਨਾਲ ਉਹ ਆਪਣਾ ਕਰਦਾ, ਮੈਂ ਆਪਣੀ ਜਾਨ ਬਚਾਈ ਹੈ ਜੀ। ਠੀਕ ਹੈ, ਅਗਰ ਜੇ ਉੱਥੇ ਮੈਂ ਉਹਦੇ ਮੈਂ ਫਿਰ ਉਹਦਾ ਜੇ ਮੈਨੂੰ ਖਿੱਚਦਾ ਸੀ, ਮੈਂ ਗਲਤ ਕੰਮ ਕਰਵਾਉਂਦਾ ਉਹਦੇ ਨਾਲ, ਫਿਰ ਮੈਂ ਸਹੀ ਸਾਂ। ਠੀਕ ਹੈ ਜੀ, ਫਿਰ ਮੈਂ ਸਹੀ ਸਾਂ। ਹੁਣ ਮੈਂ ਗਲਤ ਹਾਂ, ਫਿਰ ਮੈਂ ਸਹੀ ਹੋਣਾ ਸੀ ਜੀ। ਨਹੀਂ ਤੇ ਉਧਰੋਂ ਭੱਜਿਆ ਜਾ ਸਕਦਾ ਹੈ, ਉਸ ਨੌਕਰੀ ਨੂੰ ਛੱਡਿਆ ਜਾ ਸਕਦਾ, ਉਹਦੇ ਮੂੰਹ ਨਹੀਂ ਵੇਖਿਆ ਜਾ ਸਕਦਾ। ਉਹ ਕਿਉਂ ਨਹੀਂ ਕੀਤਾ ਤੂੰ? ਸਰ ਜਦੋਂ ਨੌਕਰੀ ਮੇਰੇ ਉਹਦੇ ਭਾਈ ਨੇ ਰੱਖਿਆ ਨਹੀਂ। ਕਤਲ ਹੀ ਕਿਉਂ ਕੀਤਾ? ਇਹ ਸਾਰੇ ਕੰਮ ਵੀ ਤੇ ਕੀਤੇ ਜਾ ਸਕਦੇ। ਉਹਦੇ ਸ਼ਕਲ ਨਾ ਵੇਖ, ਤੂੰ ਉਹਦੇ ਪਿਓ ਨੂੰ ਕਹਿ ਕੇ ਮੈਂ ਤੇ ਤੇਰੇ ਪੁੱਤਰ ਨਾਲ ਜਾਣਾ ਹੀ ਨਹੀਂ ਹੈ, ਗੰਦਾ ਆਦਮੀ ਹੈ। ਇੱਕ ਵਾਰੀ ਵੀ ਤੂੰ ਉਹਨੂੰ ਨਹੀਂ ਕਿਹਾ? ਜੀ ਸਰ, ਅਸੀਂ ਸ਼ਰਮ ਦੋਵੇਂ ਭਰਾ ਸ਼ਰਮ ਤੇ ਅਸੀਂ ਮਾਰਦੇ ਰਹੇ ਹਾਂ। ਕਿਹੜੇ ਦੋਵੇਂ ਭਰਾ? ਜੀ ਸ਼ੇਰ ਹਸਨ ਤੇ ਮੈਂ ਜੀ, ਅਸੀਂ ਕੋਈ ਗੱਲ ਨਹੀਂ ਕੀਤੀ ਜੀ। ਠੀਕ ਹੈ ਜੀ, ਸ਼ਰਮ ਦੇ ਵਿੱਚ ਅਸੀਂ ਇੱਥੇ ਤੱਕ ਆਏ ਹਾਂ ਜੀ। ਅਗਰ ਅਸੀਂ ਕਿਸੇ ਨਾਲ ਗੱਲ ਕਰਦੇ, ਅਸੀਂ ਇੱਥੇ ਤੱਕ ਨਹੀਂ ਸੀ ਜਾਣਾ। ਜੇ ਆਪਣੇ ਵਾਲਦ ਨਾਲ ਮੈਂ ਕਰਦਾ ਜਾਂ ਉਹ ਕਰਦਾ, ਉਹਨੇ ਵੀ ਨਹੀਂ ਕੀਤੀ ਹੈਗੀ। ਠੀਕ ਹੈ, ਮੈਂ ਜੀ ਉਹ ਸਿਆਣਾ ਜੁਰਮ ਕੀਤਾ ਹੀ ਨਾ, ਕਤਲ ਕੀਤਾ ਹੈ ਨਾ। ਹਾਂਜੀ, ਕਤਲ ਮੇਰੇ ਕੋਲ ਹੋਇਆ। ਤੇ ਕਤਲ ਦੀ ਸਜ਼ਾ ਹੁੰਦੀ ਹੈ? ਹਾਂਜੀ, ਮਿਲਣੀ ਚਾਹੀਦੀ ਤੈਨੂੰ। ਸਰ ਮੇਰੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਜੀ। ਠੀਕ ਹੈ। ਇਨਸਾਫ ਕੀ?
ਠੀਕ ਹੈ ਜੀ ਕੀ ਇਨਸਾਫ ਹੋਣਾ ਇਨਸਾਫ ਜੀ ਉਹ ਇਨਸਾਫ ਤੇ ਫਾਂਸੀ ਹੁੰਦੀ ਹੈ ਕਤਲ ਠੀਕ ਦੀ ਹੈ ਜੀ। ਸਜ਼ਾ, ਉਹ ਇਨਸਾਫ ਹੁੰਦਾ ਹੈ। ਜੇ ਸਰ ਇਹ ਗੱਲ ਨਹੀਂ ਨਿੱਕੇ ਨਿੱਕੇ ਬੱਚੇ ਆ, ਨਿੱਕੇ ਨਿੱਕੇ ਬੱਚੇ ਨੇ, ਮੈਂ ਉਹਦੇ ਨਾਲ ਗਲਤ ਕੰਮ ਕਰਦਾ ਜੀ, ਮੈਂ ਫਿਰ ਸਹੀ ਸਾਂ ਜੀ, ਫਿਰ ਤੈਨੂੰ ਉਹਨੂੰ ਕਿੰਨੇ ਮਜਬੂਰ ਕੀਤਾ ਹੈ ਕਿ ਤੂੰ ਗਲਤ ਕੰਮ ਉਹਦੇ ਨਾਲ ਕਰ ਜਾਂ ਨਾ ਕਰ ਰਿਹਾ, ਕਦੋਂ ਕਿਹਾ? ਸਰ ਮੇਰੇ ਨਾਲ ਜਦੋਂ ਮੈਂ ਉਹਦੇ ਨਾਲ ਨਹੀਂ ਸੀ ਹੈਗਾ, ਮੈਂ ਆਪਣੇ ਡੇਰੇ ਤੇ ਸੌਂਦਾ ਸਾਂ, ਆਪਣੇ ਡੇਰੇ ਤੇ ਰਹਿੰਦਾ ਸਾਂ, ਮੈਨੂੰ ਉਦੋਂ ਵੀ ਤੰਗ ਕਰਦਾ ਸੀ ਜੀ, ਠੀਕ ਹੈ, ਉਦੋਂ ਵੀ ਆਣ ਕੇ ਮੇਰੇ ਨਾਲ ਇਸ ਤਰ੍ਹਾਂ ਕੰਮ ਕਰਦਾ ਸੀ, ਮੈਂ ਡੇਰੇ ਤੇ ਇਕੱਲਾ ਹੁੰਦਾ ਕਰ ਲਵੇ, ਕਬਰ ਵੀ ਕੱਢ ਲਵੇ, ਮੁਮਕਿਨ ਨਹੀਂ ਹੈ ਕਿ ਤੇਰਾ ਕੋਈ ਭਰਾ ਵੀ ਇਨਵੋਲਵ ਸੀ ਇਸ ਕਤਲ ਜੀ। ਮੇਰਾ ਭਰਾ ਕੋਈ ਇਨਵੋਲਵ ਨਹੀਂ ਸੀ ਹੈਗਾ, ਠੀਕ ਹੈ ਜੀ, ਮੇਰੇ ਭਰਾ ਦੀ ਕੋਈ ਵਿੱਚ ਗੱਲ ਨਹੀਂ, ਸ਼ੇਰ ਸਾਨੂੰ ਸਾਰੀ ਗੱਲ ਦਾ ਪਤਾ। ਉਹ ਜਿਹੜਾ ਪਹਿਲੇ ਸੁਣਾਇਆ ਹੈ ਕਿ ਉਹਦੀ ਅੰਮੀ ਵੀ ਬੜਾ ਪਿਆਰ ਕਰਦੀ ਸੀ, ਉਹਦਾ ਵਾਲਦ ਵੀ, ਤੁਹਾਨੂੰ ਦੁੱਖ ਸੁੱਖ ਚ ਵੀ, ਹਰ ਸ਼ੈ ਚ ਹਰ ਚੀਜ਼ ਤੋਂ ਜੀ ਪੂਰਾ ਕਰਦੇ ਸੀ, ਹਾਂਜੀ ਪੂਰਾ ਕਰਦੇ ਸਨ ਹਰ ਚੀਜ਼, ਤੇ ਉਹਨਾਂ ਨੂੰ ਇਹ ਸਿਲਾ ਦਿੱਤਾ ਹੈ। ਸਰ ਇਸ ਗੱਲ ਤੋਂ ਮੈਂ ਬਹੁਤ ਸ਼ਰਮਿੰਦਾ ਹਾਂ, ਠੀਕ ਹੈ, ਮੇਰਾ ਸ਼ਰਮਿੰਦਾ ਹੋਣਾ ਵੀ ਹੁਣ ਕਿਸ ਕੰਮ, ਠੀਕ ਹੈ, ਉਹਨਾਂ ਜਵਾਨ ਸ਼ਰਮਿੰਦਾ ਵੀ ਹੈ ਕਿਤੇ ਕਿਤੇ ਤੂੰ, ਹਾਂ ਇਹ ਤੇਰੇ ਤੱਕ ਨਹੀਂ ਲੱਗ ਰਿਹਾ। ਬਾਬੇ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ, ਜਿਹੜਾ ਉਹਦਾ ਵਾਲਦ ਸਾਹਿਬ ਹੈ ਨਾ, ਮੈਂ ਉਹਦਾ ਸਾਹਮਣਾ ਨਹੀਂ ਕਰ ਸਕਦਾ। ਅੱਛਾ ਠੀਕ ਹੈ ਜੀ, ਇਹਨਾਂ ਕੋ ਮੈਂ ਸ਼ਰਮਿੰਦਾ ਤੇ ਮੇਰਾ ਸ਼ਰਮਿੰਦਾ ਹੋਣਾ ਕੋਈ ਮਾਨੀ ਨਹੀਂ ਰੱਖਦਾ। ਤੇ ਜ਼ੁਲਮ ਤੇ ਕੀਤਾ ਹੈ ਨਾ, ਠੀਕ ਹੈ ਜੀ, ਬੰਦਾ ਮਾਰਤਾ ਹੈ ਨਾ, ਤੇ ਉਹਨਾਂ ਜਵਾਨ ਬੇਟਾ ਆਪਣਾ ਚਲਾ ਗਿਆ, ਮੇਰਾ ਸ਼ਰਮਿੰਦਾ ਹੋਣਾ ਵੀ ਕਿਸ ਕੰਮ। ਮੈਂ ਜੀ ਉਹਦੇ ਬਾਬੇ ਕੋਲ ਸਿਰਫ ਮਾਫੀ ਮੰਗਾਂਗਾ ਜੀ, बाबा मैंने माफ कर दे। सबूत आपके पास मौजूद है जिससे इसके किए की करार वाकई सजा मिलेगी? वो खुद भी इकरार करता है मैंने ये कत्ल किया है, इससे जो कई बरामद हुई हैं जिनसे कत्ल किया गया है, और इसके काफ ठोस आते हैं, मुद्दई है मौके के शाती हैं, इंशाल्लाह ये सजाए मौत ही होगा, इसमें सजाए मौत ही होगा इंशाल्लाह। बहुत शुक्रिया बारी साहब, आपने वक्त दिया। नाजरीन आपने सुना ये SHO थाना शरकपुर गुलाम बारी साहब की गुफ्तगू थी, जिस तरह से उन्होंने बताया कि ये शातिर मुलजिम है और इसने ये कत्ल की वारदात करने के बाद एक सबक याद कर रखा है, जिससे वो बार बार दोहराता है कि उसके साथ ये जो है वो गलत काम करने की कोशिश करता था मकतूल, जिसकी वजह से उसने अचानक ही हाथापाई के दौरान उसे कत्ल कर दिया है। लेकिन इसके पीछे पुलिस की तफ्तीश के मुताबिक कोई भी ऐसी चीज़ मौजूद नहीं है, उसने ये जुर्म किया है और जुर्म की उसे सज़ा जरूर मिलेगी। नाजरीन आज ये कॉल फिर दुरुस्त साबित हुआ कि जिस पर एहसान करें उसके शर से बचें। इस केस में भी ऐसा ही हुआ, बेटों की तरह रखे गए मुलाजिम ने ही मालिक के बेटे को मौत के घाट उतार दिया। लिहाजा मुलाजिम पर एहसान जरूर करें, लेकिन उस पर कड़ी नजर भी रखें ताकि नताइज इस तरह के भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।